ਖਾਲਸਾ ਜੀ। ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇਹਾ ਨ ਬਸਨੋ ਪਾਵੈ ਕੋਈ, ਸਰਬ ਟਹਾਵੋ ਚਿੰਨਤੇ ਜੋਈ। ਇਮ ਬੋਲਤ ਬਕਤੋ ਬਕਵਾਦ, ਧਾਮ ਗਇਓ ਗੁਰ ਕਹਿ ਅਪਬਾਦ। ਪਰਮ ਸਨਮਾਨ ਆਵਰ ਸਾਹਿਬੇ ਕਮਾਲ, बारगाहे इनायत के मालक, कलयुगी जीवों के उद्धार करता, साहिबे सहाबा जोत रूप हराब, महिमा दे मालक धन 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 गुरु पिता श्री गुरुदेव गुरु ग्रंथ साहिब जी दे महान बरकतमयी इनायतमयी पवित्र श्री चरण कमलां च विराजमान गुरु प्यारी साध संगत, गुरुदेव जी दी महान इनायत दा सदका साडे सारियां दे सिर ते आसीसमयी बरकतमयी रखे हथ दा सदका जीवन दा अज दा दिन भी प्राप्त होया और इस नवे दिन दी जो नवे जन्म समान है शाम अजीजुल नवाज गनीमुल खराज पातशाह नूर दर हर चशम रूह दर हर जिस्म आलमे रोशन जानो दिल गुलशन गुरु गोबिंद सिंह महाराज जी दे पावन आगमन स्थान तही प्रकाश हमारा भयो, पटना शहर बिखे पावलयो। सचखंड तखत श्री हरमंदर जी पटना साहिब विखे प्राप्त होया। साहिब जी दी मेहर सदका आप जी ने सोदर चौंकी दे कीर्तन रहरास ते फिर अरदास बेनती महाराज दे चरनां च भेंट कीती है। फिर साहिब जी दे पावन हुक्मनामे प्राप्त होए, कोई जन हर स्यों देवै जोर, चरण गहों बकों शुभ रसना दीजह प्राण अकोर। कोई मैनू परमात्मा नाल जोड़ देवे, गुरु अर्जन देव जी दे बोल, मैं उसका इतना सत्कार करा कि उसके चरण पकड़ लवां, अपनी जबान तो उसकी वडियाई दे बोल आखां और मेरे प्राण भी उसनों भेटा हो जावन जो मैनू परमात्मा नाल जोड़ देवे। मन तन निर्मल करत क्यारो, हर सिंचै सुधा संजोर। या रस में मगन होत, कृपा ते महा बिखया ते तोर। आयो शरण दीन दुख भंजन, चितवों तुमरी ओर अपै पद दान। सिमरन स्वामी को प्रभ नानक, बंधन छोड़। कुछ समा होर सतगुरु पातशाह गुरु हरगोबिंद साहिब जी महाराज जी दे मुबारक जीवन गाथा राही इतिहास विचार राही मन गुरु दीदार नूं उपलब्ध होवे, इसलिए पेशतर छोटी जही ध्यान साधना है।
ਦੋਵਾਂ ਹੱਥਾਂ ਨੂੰ ਹਿਰਦੇ ਦੇ ਸਾਹਮਣੇ ਜੋੜਦਿਆਂ ਨੇਤਰ ਬੰਦ ਕਰਕੇ ਐਸਾ ਗਹਿਰਾਈ ਤੋਂ ਮਹਿਸੂਸ ਕਰੀਏ ਕਿ ਸਾਡਾ ਸੀਸ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨ ਕਮਲਾਂ ਤੇ ਟਿਕਿਆ ਹੈ ਅਤੇ ਸਾਹਿਬ ਜੀ ਨੇ ਮਿਹਰ ਭਰਿਆ ਹੱਥ ਸਾਡੇ ਸਿਰ ਤੇ ਰੱਖਿਆ ਹੋਇਆ। ਗੁਰੂਦੇਵ ਜੀ ਦੇ ਸ਼ਬਦ ਰੂਪੀ ਕਦਮਾਂ ਨੂੰ ਗਲਵੱਕੜੀ ਕਰਦਿਆਂ ਚਰਨ ਚੁੰਮਦਿਆਂ ਹੋਇਆਂ ਗੁਰੂ ਕੀ ਅੰਮ੍ਰਿਤ ਫਤਿਹ ਦੁਆਰਾ ਸਾਂਝ ਬਣਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲ ਤੱਕ ਸਰਵਣ ਕਰਦਿਆਂ ਇਤਨਾ ਆਪਨੇ ਪ੍ਰੇਮ ਸਹਿਤ ਸਰਵਣ ਕੀਤਾ ਕਿ ਦਇਆ ਦਾ ਮਹਾਸਾਗਰ ਹਿਰਦਾ ਰੱਖਣ ਵਾਲੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਸਾਹਮਣੇ ਇਹ ਭਗਵਾਨ ਦਾਸ ਘੇਰੜ ਬੜੇ ਮਨਮਤੀਏ ਹੰਕਾਰ ਭਰੇ ਬੋਲ ਬੋਲਦਾ ਰਿਹਾ। ਇਸ ਨੇ ਬਾਕੀ ਪਹਿਲੇ ਗੁਰੂ ਸਾਹਿਬਾਨਾਂ ਦੀ ਵੀ ਮਹਿਮਾ ਦੇ ਵਡਿਆਈ ਦੇ ਖਿਲਾਫ ਬੋਲਿਆ। ਬੜੇ ਕੁੜਾਵੇ ਬੋਲੇ ਮਹਾਰਾਜ ਜੀ ਦੀ ਵਡਿਆਈ ਵਿੱਚ ਆਖਦਾ ਰਿਹਾ। ਸਤਿਗੁਰੂ ਪਾਤਸ਼ਾਹ ਜੀ ਦੇ ਨਿਵਾਜੇ ਹੋਏ ਸਿੱਖ, ਗਲ ਨਾਲ ਲਾਏ ਹੋਏ ਸਿੱਖ ਜਿਸ ਅਵਸਥਾ ਲਈ ਮਹਾਨ ਯੋਗੀ, ਮਹਾਨ ਤਪੇਸ਼ਵਰ ਬੜਾ ਲੰਬਾ ਸਮਾਂ ਇੰਤਜ਼ਾਰ ਕਰਦੇ ਨੇ, ਜਿਸ ਨੂੰ ਸਾਹਿਬ ਕਹਿੰਦੇ ਨੇ ਹਉ ਤੁਮਰੀ ਕਰੋ ਨਿਤ ਆਸ ਪ੍ਰਭ ਮੋਹਿ ਕਬ ਗਲ ਲਾਵਾਂਗੇ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗਲ ਲਾਏ ਹੋਏ ਸਿੱਖ ਬਹਾਦਰ ਬਾਬਾ ਬਿਧੀ ਚੰਦ ਜੀ, ਉਹਨਾਂ ਨੂੰ ਇਹ ਬੋਲ ਬਰਦਾਸ਼ਤ ਨਾ ਹੋਏ। ਕਹੀ ਕਠੋਰ ਅਨੁਚਿਤੀ ਬਾਣੀ, ਸਿਮਾ ਨਿਧਾਨ ਸਿਮਾ ਮਨ ਠਾਨੀ। ਗੁਰੂ ਹਰਗੋਬਿੰਦ ਸਾਹਿਬ ਤਾਂ ਖਿਮਾ ਨਾਲ ਹੀ ਭਰੇ ਰਹੇ, ਨਹੀਂ ਚਾਹੁੰਦੇ ਕਿ ਇਸ ਦਾ ਵੱਧ ਹੋਵੇ, ਇਸ ਦਾ ਜੀਵਨ ਜ਼ਾਇਆ ਹੋ ਜਾਏ। ਪਰ ਬਾਬਾ ਬਿਧੀ ਚੰਦ ਜੀ ਬੋਲੇ, ਬਿਧੀ ਚੰਦ ਰਿਸ ਬਚਨ ਉਚਾਰਾ, ਇਹ ਗੁਰਦਰੋਹੀ ਚਾਹੀਏ ਤੁਮਾਰਾ। ਹੇ ਸੱਚੇ ਪਾਤਸ਼ਾਹ, ਇਹ ਗੁਰੂ ਨਾਨਕ ਦੇ ਘਰ ਦਾ ਦੁਖੀ ਹੈ। ਇਹ ਆਪ ਜੀ ਦੀ ਚੰਗਿਆਈ ਨੂੰ ਬੁਰਾਈ ਬਣਾ ਕੇ ਲੋਕਾਂ ਵਿੱਚ ਪ੍ਰਚਾਰ ਰਿਹਾ ਤੇ ਕੂੜੇ ਬੋਲ ਰਿਹਾ। ਇਸ ਲਈ ਇਸ ਦੁਖੀ ਦਾ ਸੰਘਾਰ ਕਰਨਾ ਬੜਾ ਜ਼ਰੂਰੀ ਹੋ ਗਿਆ। ਇਹ ਗੁਰਦਰੋਹੀ ਚਾਹੀਏ ਤੁਮਾਰਾ, ਗੁਰਦਰੋਹੀ ਚਾਹੀਏ ਤੁਮਾਰਾ, ਇਸ ਨੂੰ ਖਤਮ ਕਰ ਦੇਣਾ ਚਾਹੀਦਾ। ਅਗਲੇ ਬਚਨ ਸਰਵਣ ਕਰੀਏ। ਪੇਸ਼ਤਰ ਆਖੋ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਇੱਕ ਵਾਰੀ ਫਿਰ ਆਖੋ ਜੀ, ਧੰਨ ਗੁਰੂ ਹਰਗੋਬਿੰਦ ਸਾਹਿਬ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ। ਨਹੀਂ ਅਦਾਇਬ ਸਾਹਿਬ ਕੇਰਾ। ਗੁਰੂਦੇਵ ਸਾਹਿਬ ਦਾ ਮਤਲਬ ਹੈ ਸੰਸਾਰ ਦਾ ਮਾਲਕ, ਅਨੰਤ ਬ੍ਰਹਿਮੰਡਾਂ ਦੇ ਮਾਲਕ, ਜਿਸ ਦੀ ਸਾਹਿਬੀ ਚੱਲਦੀ ਹੈ, ਜਿਸ ਦਾ ਹੁਕਮ ਚੱਲਦਾ ਹੈ। ਹੇ ਸਾਹਿਬ, ਬਾਬਾ ਬਹਾਦਰ ਬਿਧੀ ਚੰਦ ਜੀ ਕਹਿੰਦੇ ਪਏ ਨੇ, ਨਹੀਂ ਅਦਾਇਬ ਸਾਹਿਬ ਕੇਰਾ। ਹੇ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ, ਆਪ ਜੀ ਦਾ ਅਦਬ ਨਹੀਂ ਰੱਖ ਰਿਹਾ ਤੇ ਬੇਅਦਬੀ ਭਰੇ ਬੋਲ ਆਖ ਰਿਹਾ। ਮੈਂ ਅਰਜ਼ ਕਰਾਂ, ਜਿਹੜਾ ਸਿੱਖ ਹੈ ਨਾ, ਉਹ ਹੋਰ ਬੋਲ ਤੇ ਸਹਿ ਜਾਂਦਾ ਹੈ, ਪਰ ਉਹਦੇ ਸਾਹਮਣੇ ਉਹਦੇ ਗੁਰੂ ਦੀ ਕੋਈ ਬੇਅਦਬੀ ਵਿੱਚ ਬੋਲ ਆਖੇ ਉਹ ਨਹੀਂ ਸਹਿੰਦਾ। ਗੁਰ ਕੀ ਨਿੰਦਾ ਸੁਣੇ ਨਾ ਕਾਂ। ਇਸ ਲਈ ਬਹਾਦਰ ਬਾਬਾ ਬਿਧੀ ਚੰਦ ਜੀ ਨੂੰ ਇਹ ਬੜਾ ਭੈੜਾ ਲੱਗ ਰਿਹਾ ਬਈ ਮਹਾਰਾਜ ਜੀ ਦੇ ਸਾਹਮਣੇ ਉਹਨਾਂ ਦੇ ਬਾਰੇ ਕਬੋਲ ਸ਼ਬਦ ਬੋਲ ਰਿਹਾ।
ਤੇ ਅਦਬ ਨਹੀਂ ਰੱਖ ਰਿਹਾ। ਹਾਂਜੀ। ਬੋਲਤ ਗਮਨਿਓ ਨਿਠੁਰ ਵਡੇਰਾ। ਤੇ ਨਿਸ਼ਠੁਰ ਬੋਲ ਕਹਿੰਦਾ ਹੋਇਆ, ਦੁਖਦਾਈ ਕਸ਼ਟਦਾਇਕ ਬੋਲ ਕਹਿੰਦਾ ਹੋਇਆ ਇਹ ਉੱਠ ਕੇ ਚਲਾ ਗਿਆ ਆਪਣੇ ਘਰ ਨੂੰ। ਸੁਨ ਸ੍ਰੀ ਗੁਰ ਮੁਸਕਾਏ ਵਖਾਨਾ। ਤੇ ਸਾਹਿਬੇ ਕਮਾਲ ਮੇਰੀ ਪੀਰੀ ਦੇ ਦਾਤੇ ਗੁਰੂ ਹਰਗੋਬਿੰਦ ਸਾਹਿਬ ਜੀ ਮੁਸਕਰਾਏ। ਆਪਣੇ ਨਿਵਾਜੇ ਹੋਏ ਸਿੱਖ ਬਹਾਦਰ ਬਾਬਾ ਬਿਧੀ ਚੰਦ ਜੀ ਵੱਲ ਦੇਖ ਕੇ ਤੇ ਮੁਸਕਰਾਏ ਤੇ ਇਹ ਬਚਨ ਆਖਿਆ, ਦੇਹੋ ਭਲੇ ਪੁਨ ਮਹਿਕ ਸਮਾਨਾ। ਮਹਾਰਾਜ ਹੱਸਦੇ ਹੋਏ ਕਹਿਣ ਲੱਗੇ, ਫਿਰ ਬਿਧੀ ਚੰਦ ਜੀ ਇਹਦੀ ਝੋਟੇ ਵਾਂਗੂ ਬਲੀ ਦੇ ਦਿਓ। ਸਰੀਰ ਵੀ ਝੋਟੇ ਵਰਗਾ ਸੀ, ਗਰਦਨ ਧੜ ਦੇ ਵਿੱਚ ਖੁੱਭੀ ਹੋਈ, ਨਜ਼ਰ ਨਹੀਂ ਸੀ ਆਉਂਦੀ ਵੀ ਗਰਦਨ ਹੈਵੀ ਹੈ ਕਿ ਨਹੀਂ। ਮੋਟੇ ਮੋਟੇ ਪਸ਼ੂਆਂ ਵਰਗੇ ਹੋਠ ਔਰ ਪਸ਼ੂਆਂ ਵਰਗਾ ਪੇਟ ਵੱਡਾ ਸਾਰਾ। ਬੂਥਾ ਬੜਾ ਬੇਡੌਲ ਤੇ ਚੁੰਨੀਆਂ ਚੁੰਨੀਆਂ ਛੋਟੀਆਂ ਛੋਟੀਆਂ ਅੱਖਾਂ, ਬੜਾ ਭਿਆਨਕ ਜਿਹਾ ਇਹਦਾ ਸਰੂਪ ਸੀ। ਵਾਕਈ ਜੇ ਬੰਦਗੀ ਨਾ ਹੋਵੇ ਤੇ ਸੁੰਦਰ ਸਰੂਪ ਵੀ ਨਹੀਂ ਮਿਲਦੇ। ਨਾਮ ਬਿਨਾ ਜੈਸੇ ਕੁਬਜ ਕਰੂਪ। ਨਾਮ ਕੋਲ ਨਾ ਹੋਵੇ ਤੇ ਫਿਰ ਸਰੀਰਕ ਹਾਲਤ ਵੀ ਇਹੋ ਜਿਹੀ ਰਹਿੰਦੀ ਹੈ, ਕੁਬੜਾ ਹੋਵੇਗਾ, ਕਰੂਪ ਹੋਵੇਗਾ। ਅਗਲਾ ਦੇਖ ਕੇ ਕੋਈ ਪ੍ਰਭਾਵਿਤ ਨਹੀਂ ਹੋਵੇਗਾ ਬਈ ਇਹ ਕੌਣ ਆ ਰਿਹਾ ਹੈ। ਇਸ ਤਰ੍ਹਾਂ ਇਹਦਾ ਸਰੂਪ ਵੀ ਜਿਹੜਾ ਹੈ ਨਾ ਭੈੜਾ ਹੈ ਔਰ ਨਿੰਦਨੀਏ ਸਰੂਪ ਹੈ। ਦੇਖਣ ਨੂੰ ਝੋਟੇ ਵਰਗਾ ਹੀ ਲੱਗਦਾ ਹੈ। ਤੇ ਮਹਾਰਾਜ ਕਹਿਣ ਲੱਗੇ, ਫਿਰ ਬਿਧੀ ਚੰਦ ਜੀ ਜਿਵੇਂ ਲੋਕ ਝੋਟੇ ਦੀ ਬਲੀ ਦਿੰਦੇ ਨੇ ਨਾ, ਅੱਜ ਵੀ ਇਹ ਕਾਲੀ ਘਾਟ ਮੰਦਿਰ ਵਿੱਚ ਸਵੇਰੇ ਸਵੇਰੇ ਬਲੀ ਦਿੱਤੀ ਜਾਂਦੀ। ਜਿਵੇਂ ਝੋਟੇ ਦੀ ਬਲੀ ਦੇਈ ਦੀ ਹੈ ਨਾ, ਸੁਨ ਸ੍ਰੀ ਗੁਰੂ ਮੁਸਕਾਏ ਬਖਾਨਾ, ਦਿਓ ਬਲੀ ਪੁਰ ਮਹਿਕ ਸਮਾਨਾ। ਨਗਰ ਵਸਾ ਰਹੇ ਆ, ਕਿਲਾ ਬਣਾ ਰਹੇ ਆ ਤੇ ਇਹਦੀ ਬਲੀ ਦੇ ਦੇਵੋ, ਝੋਟਾ ਹੈਗਾ ਹੈ। ਹਾਂਜੀ। ਇਸਕੇ ਹਤੀ ਨੀਵ ਥਿਰ ਹੋਏ। ਤੇ ਇਹਦੀ ਬਲੀ ਦੇਵਾਂਗੇ ਤੇ ਨੀਂਹ ਮਜ਼ਬੂਤ ਹੋ ਜਾਵੇਗੀ। ਸਗਰੇ ਸਗੁਨ ਜਨਾਵਤ ਜੋਏ। ਇਹ ਵਿੱਚ ਚੰਗਾ ਸ਼ਗਨ ਹੋਵੇਗਾ ਜੇ ਇਹਦੀ ਬਲੀ ਦੇ ਦੇਵੋ। ਮਹਾਰਾਜ ਆਏ ਸਿਅਬ ਦੀਜੈ। ਇੱਕ ਬੇਨਤੀ ਮੈਂ ਕਰਨਾ ਚਾਹੁੰਦਾ, ਇਹ ਮਹਾਰਾਜ ਜੀ ਨੇ ਮੁਸਕਰਾ ਕੇ ਵਿਅੰਗਾਤਮਕ ਬੋਲ ਆਖੇ। ਗੁਰੂ ਘਰ ਵਿੱਚ ਕਿਸੇ ਕਾਰਜ ਦੀ ਪ੍ਰਾਰੰਭਤਾ ਤੋਂ ਪਹਿਲਾਂ ਕੋਈ ਬਲੀ ਆਦਿਕ ਨਹੀਂ ਦਿੱਤੀ ਜਾਂਦੀ। ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੱਕ ਇਸ ਤਰ੍ਹਾਂ ਦਾ ਕੋਈ ਬਲੀ ਦੇਣ ਦਾ ਵਿਧਾਨ ਨਹੀਂ ਹੈਗਾ। ਇੱਥੇ ਤੇ ਆਪਣੇ ਆਪ ਦੀ ਹੀ ਬਲਬਲ ਜਾ ਕੇ ਬਲੀ ਦਿੱਤੀ ਜਾਂਦੀ ਹੈ। ਪੰਜ ਪਿਆਰੇ ਸਾਹਿਬਾਨ ਨੇ ਆਪਣਾ ਹੀ ਸੀਸ ਭੇਟ ਕੀਤਾ। ਹੋਰ ਕੋਈ ਨਰ ਬਲੀ, ਪਸ਼ੂ ਬਲੀ, ਇਸ ਤਰ੍ਹਾਂ ਦਾ ਵਿਧਾਨ ਗੁਰੂ ਘਰ ਵਿੱਚ ਨਹੀਂ ਹੈ। ਇਹ ਮਹਾਰਾਜ ਜੀ ਨੇ ਉਦਾਹਰਣ ਦਿੰਦੇ ਹੋਏ ਕਿਹਾ ਬਈ ਜਿਵੇਂ ਲੋਕ ਬਲੀ ਦਿੰਦੇ ਨੇ, ਝੋਟੇ ਦੀ ਬਲੀ ਦੇ ਛੱਡੋ, ਇਹਦੀ ਬਲੀ ਖੋਰੇ ਦੇਣ ਨਾਲ ਨਹੀਂ ਮਜ਼ਬੂਤ ਹੀ ਹੋ ਜਾਏ। ਤੇ ਕਾਰਨ ਇਹ ਹੈ ਕਿ ਆਪਣੇ ਪਿਆਰੇ ਸਿੱਖਾਂ ਦਾ ਹਿਰਦਾ ਦੁਖਿਆ ਹੋਇਆ ਦੇਖਦੇ ਨੇ। ਸ਼ਾਇਦ ਗੁਰੂ ਸਾਹਿਬ ਜੀ ਨੂੰ ਕੁਝ ਕਹਿੰਦਾ ਰਹਿੰਦਾ ਤੇ ਮਹਾਰਾਜ ਕੋਈ ਇਸ ਤਰ੍ਹਾਂ ਦਾ ਬਚਨ ਨਾ ਕਹਿੰਦੇ, ਪਰ ਉਹਨਾਂ ਨੇ ਆਪਣੇ ਸਿੱਖਾਂ ਦਾ ਔਰ ਖਾਸ ਕਰਕੇ ਬਹਾਦਰ ਬਾਬਾ ਬਿਧੀ ਚੰਦ ਜੀ ਦਾ ਹਿਰਦਾ ਦੁਖਿਤ ਦੇਖਿਆ ਤੇ ਆਖਿਆ, ਫਿਰ ਜਿਵੇਂ ਕਹਿੰਦੇ ਹੋ ਉਂਝ ਹੀ ਕਰ ਲਵੋ। ਜਾਏ ਸਦਨ ਹਮ ਤਾਹੀਂ ਗਹੀ ਜੈ। ਬਾਬਾ ਬਿਧੀ ਚੰਦ ਕਹਿਣ ਲੱਗੇ, ਸੱਚੇ ਪਾਤਸ਼ਾਹ ਆਗਿਆ ਦਿਓ, ਹੁਣੇ ਘਰੋਂ ਜਾ ਕੇ ਕੱਢ ਲਿਆਉਂਦੇ। ਇਹ ਕਿਹੜਾ ਕੋਈ ਬਹੁਤ ਵੱਡਾ ਹੈ ਵੀ ਸਾਡੇ ਕੋਲੋਂ ਪਕੜਿਆ ਨਹੀਂ ਜਾਣਾ, ਹੁਣੇ ਇਹਦੇ ਘਰ ਜਾ ਕੇ ਫੜ ਕੇ ਲੈ ਆਉਂਦੇ ਹਾਂ। ਆਨੇ ਰਾਵਰ ਕੇ ਅਬ ਪਾਸ। ਹੁਣੇ ਹੀ ਮਹਾਰਾਜ ਤੁਹਾਡੇ ਕੋਲ ਲਿਆ ਹਾਜ਼ਰ ਕਰਦੇ ਹਾਂ। ਚੰਦ ਕੇ ਸਮ ਕਰੇ ਬਿਨਾਸ। ਚੰਦੂ ਕੇ ਸਮ ਕਰੇ ਬਿਨਾਸ। ਜਿਵੇਂ ਚੰਦੂ, ਦੀਵਾਨ ਚੰਦੂ ਜੁੱਤੀਆਂ ਖਾਂਦਾ ਖਾਂਦਾ ਮਾਰਿਆ ਗਿਆ,
ਉਸ ਦੀ ਮੌਤ ਹੋ ਗਈ। ਇਹਦੇ ਵੀ ਗੰਜ ਵਿੱਚ ਜੁੱਤੀਆਂ ਮਾਰ ਮਾਰ ਕੇ ਇਸ ਨੂੰ ਵੀ ਉਸੇ ਤਰ੍ਹਾਂ ਹੀ, ਇਹ ਉਹਦਾ ਰਿਸ਼ਤੇਦਾਰ ਹੀ ਹੈ, ਉਸੇ ਕੋਲ ਹੀ ਪਹੁੰਚਾ ਦਿੰਦੇ ਹਾਂ। ਨਹੀਂ ਕੇ ਮਾਰੇ ਮਰ ਜਾਏ, ਇੰਨੀਆਂ ਜੁੱਤੀਆਂ ਇਹਦੇ ਸਿਰ ਵਿੱਚ ਮਾਰਾਂਗੇ ਕਿ ਜੁੱਤੀਆਂ ਦੀ ਮਾਰ ਨਾਲ ਹੀ ਮਰ ਜਾਏਗਾ। ਗੁਰ ਨਿਕੰਦੇ ਗੁਰ ਨਿੰਦਕ ਤਬ ਹੀ ਫਲ ਪਾਏ। ਇਹ ਗੁਰੂ ਦੀ ਨਿੰਦਿਆ ਕਰਨ ਦਾ ਫਲ ਇਹਨੂੰ ਤਾਂ ਹੀ ਮਿਲੇਗਾ, ਨਰਕ ਵਿੱਚ ਪਵੇਗਾ। ਸ੍ਰੀ ਹਰਿ ਗੋਬਿੰਦ ਬਾਕ ਬਖਾਨੇ। ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਮੇਰੀਆਂ ਪੀਰੀਆਂ ਦੇ ਦਾਤੇ ਸਤਿਗੁਰੂ ਜੀ ਨੇ ਫਿਰ ਇਹ ਮਹਾਨ ਬੋਲ ਆਖੇ ਹਨ। ਗੁਰ ਦਰੋਹੇ ਜੇ ਤਕ ਜੁਗ ਜਾਣੇ। ਮਹਾਰਾਜ ਕਹਿਣ ਲੱਗੇ ਸਾਰਾ ਜਗਤ ਜਾਣਦਾ ਹੈ ਵੀ ਜਿੰਨੇ ਕੁ ਵੀ ਗੁਰੂ ਘਰ ਦੇ ਦੋਖੀ ਹੋਏ ਹਨ, ਮਹਾਰਾਜ ਜੀ ਦੀ ਬਾਣੀ ਦੇ ਸਪਸ਼ਟ ਬੋਲ ਨੇ, ਸੰਤਾਂ ਨਾਲ ਵੈਰ ਕਮਾਵੰਦੇ, ਦੁਸ਼ਟਾਂ ਨਾਲ ਮੋਹ ਪਿਆਰ। ਤੇ ਫਿਰ ਉਹਨਾਂ ਦੀ ਝੋਲੀ 'ਚ ਕੀ ਪੈਂਦਾ, ਅੱਗੇ ਪਿੱਛੇ ਸੁਖ ਨਹੀਂ, ਮਰ ਜੰਮੇ ਵਾਰੋ ਵਾਰ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਹੁਣ ਤੱਕ ਸਾਰਾ ਜਗਤ ਜਾਣਦਾ ਹੈ ਜਿਤਨੇ ਵੀ ਗੁਰੂ ਦਰੋਹੀ ਹੋਏ ਹਨ। ਭੂਤ ਭਵਿਖਤ ਜੇ ਅਬ ਹੈ। ਇਹ ਬਚਨ ਵੀ ਧਿਆਨ ਨਾਲ ਸੁਣਨਾ। ਮਹਾਰਾਜ ਕਹਿਣ ਲੱਗੇ ਭੂਤ ਕਾਲ ਵਿੱਚ, ਵਰਤਮਾਨ ਕਾਲ ਵਿੱਚ ਤੇ ਆਉਣ ਵਾਲੇ ਸਮੇਂ 'ਚ, ਮਾਜ਼ੀ ਹਾਲ ਮੁਸਤਕਬਿਲ, ਭੂਤ ਭਵਿਸ਼ ਵਰਤਮਾਨ, ਭੂਤ ਭਵਿਖਯਤ ਜੇ ਅਬ ਹੈ। ਪਹਿਲੋਂ ਸੁਣ ਭਾਵੇਂ ਗੁਰੂ ਦੋਖੀ, ਗੁਰੂ ਨਿੰਦਕ, ਭਾਵੇਂ ਹੁਣ ਨੇ ਤੇ ਭਾਵੇਂ ਆਉਣ ਵਾਲੇ ਸਮੇਂ ਵਿੱਚ। ਗੁਰੂ ਸਾਹਿਬ ਜੀ ਦਾ ਇਹ ਨਿੰਦਕਾਂ ਨੂੰ, ਗੁਰੂ ਦਰੋਹੀਆਂ ਨੂੰ ਬਚਨ ਯਾਦ ਕਰ ਲੈਣਾ ਚਾਹੀਦਾ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਕੀ ਫਰਮਾਇਆ ਹੈ। ਕਿਉਂ ਨਾ ਹੋ ਅਗ ਕੋ ਫਲ ਲੈ। ਫਿਰ ਉਹਨਾਂ ਨੇ ਪਾਪ ਦਾ ਫਲ ਲਿਆ ਹੀ ਲਿਆ ਹੈ। ਕਹੋ ਕਿਉਂ ਨਾ ਉਹਨਾਂ ਨੂੰ ਇਸ ਪਾਪ ਦਾ ਫਲ ਮਿਲੇ। ਭਾਵੇਂ ਭੂਤਕਾਲ ਵਿੱਚ ਸਨ, ਭਾਵੇਂ ਹੁਣ ਨੇ, ਭਾਵੇਂ ਆਉਣ ਵਾਲੇ ਸਮੇਂ ਵਿੱਚ ਹੋਣਗੇ। ਗੁਰੂ ਨਿੰਦਕਾਂ ਨੂੰ, ਗੁਰੂ ਦਰੋਹੀਆਂ ਨੂੰ, ਗੁਰੂ ਘਰ ਦੀ ਨਿੰਦਾ ਕਰਨ ਵਾਲਿਆਂ ਨੂੰ ਉਹਨਾਂ ਦੇ ਪਾਪ ਦਾ ਫਲ ਮਿਲਦਾ ਰਹੇਗਾ ਤੇ ਮਿਲਦਾ ਪਿਆ। ਤੁਸੀਂ ਦੇਖਿਆ ਹੀ ਹੈ, ਜਿਸ ਨੇ ਗੁਰੂ ਘਰ ਨਾਲ ਮੱਥਾ ਲਾਇਆ ਉਸ ਨੇ ਆਪਣਾ ਸਿਰ ਹੀ ਗਵਾਇਆ, ਕੁਝ ਉਹਨੂੰ ਮਿਲਿਆ ਤਾਂ ਨਹੀਂ ਹੋਰ ਇਸ ਤੋਂ ਇਲਾਵਾ। ਲੋਕ ਵਿਖੈ ਜਰ ਉਖਰੈ ਸਾਰੀ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਇਸ ਲੋਕ ਵਿੱਚ ਉਹਨਾਂ ਦੀ ਸਾਰੀ ਜੜ ਪੁੱਟੀ ਜਾਏਗੀ। ਜਿਹੜੇ ਗੁਰੂ ਕੇ ਦੋਖੀ ਹੋਣਗੇ, ਗੁਰੂ ਘਰ ਦੀ ਨਿੰਦਾ ਕਰਨਗੇ, ਉਹਨਾਂ ਦੀ ਜੜ ਪੁੱਟੀ ਜਾਏਗੀ। ਮਰੈ ਪਾਏ ਦੁਖ ਨਰਕ ਮਝਾਰੀ। ਤੇ ਇੱਥੇ ਵੀ ਜੜ ਪੁੱਟੀ ਜਾਏਗੀ, ਕੋਈ ਉਹਨਾਂ ਦਾ ਦਿਖਾਈ ਨਹੀਂ ਪਏਗਾ। ਅੱਜ ਤੁਸੀਂ ਦੇਖੋ ਚੰਦੂ ਦਾ ਕੌਣ ਹੈਗਾ, ਜਾਂ ਇਹ ਭਗਵਾਨ ਦਾਸ ਘੇਰੜ ਦਾ ਕੌਣ ਹੈਗਾ, ਜਾਂ ਹੋਰ ਇਸ ਤਰ੍ਹਾਂ ਦੇ ਗੁਰੂ ਦੋਖੀਆਂ ਦਾ ਕੌਣ ਹੈਗਾ। ਸ਼ਾਹਜਹਾਨ ਦਾ ਕੋਈ ਨਾਮੋ ਨਿਸ਼ਾਨ ਦਿਖਦਾ ਪਿਆ, ਜਹਾਂਗੀਰ ਦਾ ਕੋਈ ਦਿਖਦਾ ਪਿਆ। ਜੜ ਪੁੱਟੀ ਗਈ ਹੈ, ਲੋਕ ਪਰਲੋਕ ਉਹਨਾਂ ਦੀ ਜੜ ਨਹੀਂ ਰਹੀ। ਮਹਾਰਾਜ ਕਹਿਣ ਲੱਗੇ ਇੱਥੋਂ ਵੀ ਜੜ ਪੁੱਟੀ ਜਾਏਗੀ ਤੇ ਮਰਨ ਤੋਂ ਬਾਅਦ ਵੀ ਨਰਕਾਂ ਦੇ ਵਿਚਕਾਰ ਦੁੱਖ ਪਾਵੇਗਾ। ਕੋਇ ਨ ਬਾਲੀ ਬਨਹਿ ਸਹਾਏ। ਲੋਕ ਪਰਲੋਕ ਵਿੱਚ ਉਹਨਾਂ ਦਾ ਕੋਈ ਵਾਲੀ ਸਹਾਇਕ ਨਹੀਂ ਬਣੇਗਾ, ਉਹਨਾਂ ਨੂੰ ਕੋਈ ਸਹਾਇਤਾ ਨਹੀਂ ਮਿਲੇ। ਕਿਹਨਾਂ ਨੂੰ? ਜਿਹੜੇ ਗੁਰੂ ਘਰ ਦੇ ਦੁਖੀ ਹੋਵਣਗੇ। ਹੋ ਗਏ ਸੰਕਟ ਬਹੁ ਬਿਲ ਲਾਏ। ਤੜਪਦੇ ਰਹਿਣਗੇ, ਕਲਪਦੇ ਰਹਿਣਗੇ ਤੇ ਬੜੇ ਸੰਕਟ ਉਹਨਾਂ ਤੇ ਆ ਜਾਣਗੇ, ਉਹ ਦੁੱਖ ਭੋਗਣਗੇ। ਇਹ ਕੇਰੜ ਅਬ ਅਬਗਤ ਪਾਵੇ। ਮਹਾਰਾਜ ਕਹਿਣ ਲੱਗੇ ਜਿਹੜਾ ਘੇਰੜ ਹੈ ਨਾ, ਹੁਣ ਇਹਨੇ ਅਕਾਲ ਮੌਤ ਮਰ ਜਾਣਾ, ਅਬਗਤ ਜਾਵੇਗਾ। ਸਮ ਚੰਦੂ ਕੇ ਨਰਕ ਸਿਧਾਵੇ। ਇਹ ਵੀ ਦੀਵਾਨ ਚੰਦੂ ਵਾਂਗੂ ਨਰਕ ਜਾ ਪਵੇਗਾ, ਉਹਦਾ ਹੀ ਰਿਸ਼ਤੇਦਾਰ ਹੈ। ਬਚਤ ਨਹੀਂ ਦੇਖਤ ਮਰ ਰਹਿ। ਸਾਨੂੰ ਲੱਗਦਾ ਬਈ ਇਹਨੇ ਮਰ ਕੇ ਹੀ ਸਾਹ ਲੈਣਾ, ਉਂਝ ਇਹਨੇ ਮੰਨਣਾ ਨਹੀਂ, ਬਚ ਨਹੀਂ ਸਕਣਾ। ਆਜ ਕਾਲ ਮੈਂ ਮਿਰਤੂ ਕੋ ਲਹੈ।
ਅੱਜ ਜਾਂ ਕੱਲ ਇਹਦੀ ਮੌਤ ਹੋ ਹੀ ਜਾਣੀ। ਜਿਹੜਾ ਗੁਰੂ ਨਾਨਕ ਦੇ ਘਰ ਬਾਰੇ ਭੈੜੇ ਸ਼ਬਦ, ਨਿੰਦਾਜਨਕ ਸ਼ਬਦ ਬੋਲਦਾ ਹੈ, ਕੈ ਮੌਨ ਕਰੀ ਜਗਨਾਥ। ਇਸ ਤਰ੍ਹਾਂ ਜਗਤ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਚਨ ਕਰਕੇ ਤੇ ਫਿਰ ਆਪ ਖਾਮੋਸ਼ ਹੋਏ। ਬਨੈ ਕੋਟ ਬੜ ਤੂਰਨ ਸਾਥ। ਤੇ ਨਾਲੋਂ ਨਾਲ ਜਿਹੜਾ ਕਿਲਾ ਹੈ, ਦੀਵਾਰ ਹੈ, ਝਟਪਟ ਬਣਦੀ ਜਾ ਰਹੀ ਹੈ। ਮਾਨਵ ਲਗੇ ਕਾਰ ਸਮੁਦਾਇ। ਬਹੁਤ ਸਾਰੇ ਕਾਰਦਾਰ, ਮਜ਼ਦੂਰ ਆਦਿਕ, ਮਿਸਤਰੀ ਆਦਿਕ ਤੇ ਸੰਗਤਾਂ ਗੁਰਸਿੱਖ ਕਾਰ ਸੇਵਾ ਵਿੱਚ ਲੱਗੇ ਹੋਏ ਹਨ। ਔਰੇ ਸਿੱਖ ਕਹਿ ਕਹਿ ਬਨਵਾਏ। ਔਰ ਇਸ ਤਰ੍ਹਾਂ ਦੇ ਨਾਲ ਖਰੇ ਸਿੱਖ ਕਹਿ ਕਹਿ ਬਣਵਾਏ। ਜਿਹੜੇ ਮਹਾਰਾਜ ਜੀ ਦੇ ਸਿੱਖ ਨੇ, ਭਾਈ ਬਿਧੀ ਚੰਦ ਸਰੀਖੇ, ਉਹ ਕਹਿ ਕਹਿ ਕੇ ਵੀ ਇਸ ਤਰ੍ਹਾਂ ਬਣਾਓ, ਇਸ ਤਰ੍ਹਾਂ ਉੱਚਾ ਕਰੋ, ਇੱਥੇ ਧਿਰ ਵੱਡੀ ਕਰੋ। ਹਾਂਜੀ, ਸੁਨ ਮਿਹਨਤ ਨਰਿਆਵਤ ਤਾਈ। ਇਸ ਤਰ੍ਹਾਂ ਸੁਣ ਕੇ ਵੀ ਮਹਾਰਾਜ ਕਿਲਾ ਬਣਵਾ ਰਹੇ ਨੇ। ਤੇ ਜਿਹੜੇ ਮਿਹਨਤ ਕਸ਼ ਲੋਕ ਨੇ, ਉਹ ਦੂਰ ਦਰਾਜ਼ ਦੇ ਪਿੰਡਾਂ ਤੋਂ ਦੌੜ ਦੌੜ ਕੇ ਆ ਰਹੇ ਹਨ। ਬਿਧੀ ਚੰਦ ਕੈ ਸਬਨ ਲਗਾਈ। ਤੇ ਆ ਕੇ ਬਾਬਾ ਬਿਧੀ ਚੰਦ ਜੀ ਨੂੰ ਮਿਲਦੇ ਨੇ। ਲੱਗਦਾ ਮਹਾਰਾਜ ਜੀ ਨੇ ਕਿਲਾ ਬਣਾਉਣ ਦਾ ਇੰਚਾਰਜ ਬਹਾਦਰ ਬਾਬਾ ਬਿਧੀ ਚੰਦ ਜੀ ਨੂੰ ਬਣਾਇਆ। ਇਸ ਲਈ ਉਹਨਾਂ ਦਾ ਜ਼ਿਕਰ ਭਾਈ ਸਾਹਿਬ ਜੀ ਨੇ ਕੀਤਾ ਹੈ ਕਿ ਉਹ ਕਹਿ ਕੇ ਸਾਰਿਆਂ ਨੂੰ ਵੀ ਇਸ ਏਰੀਏ ਦੀ ਦੀਵਾਰ ਤੁਸੀਂ ਪੂਰੀ ਕਰਨੀ ਹੈ। ਇਹ ਜਿਹੜੀਆਂ ਇੱਟਾਂ ਨੇ ਤੁਸੀਂ ਪਕੜਾਉਣੀਆਂ ਨੇ, ਇਹ ਹੋਰ ਗੱਚ ਜਿਹੜਾ ਉਹ ਤੁਸੀਂ ਲਿਆਉਣਾ। ਇਸ ਢੰਗ ਦੇ ਨਾਲ ਬਾਬਾ ਬਿਧੀ ਚੰਦ ਸਾਹਿਬ ਸਭ ਦੀ ਸੇਵਾ ਲਾ ਰਹੇ ਹਨ। ਇਸ ਦਿਨ ਕੇਤਕ ਹੋਇਸ ਤਿਆਰ। ਉਸ ਦਿਨ ਕਾਫੀ ਸਾਰਾ ਕਿਲਾ ਦੀਵਾਰ ਤਿਆਰ ਹੋ ਗਈ। ਸੰਧਿਆ ਲਗ ਪਈ ਸਿਗਰ ਸੁਕਾਰ। ਤੇ ਸ਼ਾਮ ਤੱਕ ਬੜੀ ਸੋਹਣੀ ਕਾਰ, ਬੜਾ ਸੋਹਣਾ ਕ੍ਰਿਤ, ਬੜਾ ਸੋਹਣਾ ਦੀਵਾਰ ਦਾ ਕਾਫੀ ਵੱਡਾ ਹਿੱਸਾ ਝਟਪਟ ਸਿਗਰ ਹੀ ਬਣ ਗਿਆ। ਨਿਸਾ ਤੇ ਸਭ ਪਰ ਸੋਏ। ਫਿਰ ਇਸ ਤਰ੍ਹਾਂ ਸ਼ਾਮ ਦਾ ਵੇਲਾ ਹੋ ਗਿਆ। ਸਾਰਿਆਂ ਨੇ ਸੰਧਿਆ ਸਮੇਂ ਦੀਆਂ ਹਾਜ਼ਰੀਆਂ ਭਰੀਆਂ। ਫਿਰ ਜਾ ਕੇ ਵਿਸ਼ਰਾਮ ਕੀਤਾ। ਜਾਗੇ ਬਹੁਰ ਪ੍ਰਾਤ ਕੇ ਜੋਏ। ਫਿਰ ਇਸ ਤਰ੍ਹਾਂ ਸਵੇਰ ਦੇਖੀ ਹੋਈ ਹੈ ਤਾਂ ਸਾਰੇ ਜਾਗੇ ਹਨ। ਲਗਿਓ ਤੈਸੇ ਤਬ ਕਾਜ। ਫਿਰ ਉਸੇ ਤਰ੍ਹਾਂ ਹੀ ਮਹਾਰਾਜ ਜੀ ਦੇ ਚਰਨ ਕਮਲਾਂ ਦੀਆਂ ਹਾਜ਼ਰੀਆਂ ਭਰੀਆਂ। ਦੀਵਾਨ ਵਿੱਚ ਸਾਰੇ ਮਹਾਰਾਜ ਜੀ ਦੇ ਦਰਸ਼ਨ ਲਈ ਆਏ। ਤੇ ਫਿਰ ਉਸੇ ਤਰ੍ਹਾਂ ਹੀ ਕਿਲਾ ਬਣਾਉਣ ਦਾ ਕੰਮ ਚੱਲ ਪਿਆ। ਫੇਰਿਓ ਫਿਰ ਕੈ ਗੁਰੂ ਮਹਾਰਾਜ। ਤੇ ਸਤਿਗੁਰੂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆਪ ਸਾਰਾ ਟਹਿਲ ਕੇ ਦੇਖਦੇ ਪਏ ਨੇ, ਨਜ਼ਰਸਾਨੀ ਕਰ ਰਹੇ ਹਨ। ਸਿਰ ਮੁਖ ਤੇ ਸਭ ਕੋ ਫਰਮਾਇਓ। ਤੇ ਮਹਾਨ ਪਵਿੱਤਰ ਸਤਿਕਾਰਯੋਗ ਮੁਖੜੇ ਤੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਾਰਿਆਂ ਨੂੰ ਇਹ ਬਚਨ ਫਰਮਾਏ ਆਖੇ ਹਨ। ਕਰਿਓ ਤਿਆਰ ਜਨ ਬਨਿਓ ਬਨਾਇਓ। ਮਹਾਰਾਜ ਕਹਿਣ ਲੱਗੇ ਇਸ ਤਰ੍ਹਾਂ ਤਿਆਰ ਹੋਇਆ ਜਿਵੇਂ ਬਣਾ ਬਣਾਇਆ ਹੀ ਲਿਆ ਕੇ ਰੱਖ ਦਿੱਤਾ, ਇੰਜ ਤਿਆਰ ਕਰ ਦੇਵੋ। ਦਿਓ ਦਰਬ ਦੁਗਨੀ ਸੁਮੰਜੂਰੀ। ਤੇ ਜਿੰਨੀ ਮਜ਼ਦੂਰੀ ਤੈਅ ਹੁੰਦੀ ਉਹਦੇ ਨਾਲੋਂ ਮਹਾਰਾਜ ਦੋ ਗੁਣੀ ਦੇ ਰਹੇ ਹਨ। ਇਹ ਸਭ ਕਰਤ ਪ੍ਰੇਮ ਤੇ ਰੂਰੀ। ਮਹਾਰਾਜ ਜੀ ਦੇ ਕੋਲੋਂ ਲੋੜਵੰਦ ਧਨ ਲੈ ਕੇ, ਮਜ਼ਦੂਰ ਮਜ਼ਦੂਰੀ ਦੇ ਰੂਪ ਵਿੱਚ ਧਨ ਲੈ ਕੇ ਤੇ ਬਹੁਤ ਖੁਸ਼ ਹੋ ਰਹੇ ਹਨ। ਸੋਹਣੀ ਮਜ਼ਦੂਰੀ ਮਿਲ ਰਹੀ ਹੈ, ਪ੍ਰੇਮ ਨਾਲ ਭਰ ਰਹੇ ਹਨ। ਸਤਿਗੁਰ ਬੈਠੇ ਲਾਏ ਦੀਵਾਨ। ਤੇ ਮਹਿਮਾ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਆਪਣੇ ਦੀਵਾਨ ਤੇ, ਆਪਣੇ ਸਿੰਘਾਸਨ ਤੇ ਦੀਵਾਨ ਸਭਾ ਲਗਾ ਕੇ ਬੈਠੇ ਹਨ। ਨਿਕਟ ਸੁਬਟ ਗਨ ਜੇ ਸਵਧਾਨ। ਤੇ ਜਿਹੜੇ ਚੰਗੇ ਸੂਰਮੇ ਹਨ, ਨਾਮ ਜਪਣ ਵਾਲੇ ਸੰਤ ਸਿਪਾਹੀ, ਉਹ ਮਹਾਰਾਜ ਜੀ ਦੇ ਕੋਲ ਸਾਵਧਾਨ ਖੜੇ ਹਨ। ਜਾਮ ਦਿਵਸ ਜਬ ਚੜ ਕਰ ਆਇਓ। ਤੇ ਜਦੋਂ ਇਸ ਤਰ੍ਹਾਂ ਇੱਕ ਪਹਿਰ ਦਿਨ ਚੜ ਆਇਆ ਤਾਂ ਘੇਰੜ ਦੇਖਿਓ ਲੀਨ ਬੁਨਾਇਓ। ਘੇਰੜ ਨੇ ਛੋਟੀਆਂ ਛੋਟੀਆਂ ਚੁੰਨੀਆਂ ਅੱਖਾਂ ਨਾਲ ਦੇਖਿਆ ਬਈ ਉਹਨਾਂ ਤਾਂ ਕਿਲਾ ਬਹੁਤ ਸਾਰਾ ਬਣਾ ਲਿਆ, ਬੜੀ ਦੀਵਾਰ ਕੱਢ ਲਈ। ਉਹਨੂੰ ਇੰਜ ਲੱਗਦਾ ਜਿਵੇਂ ਉਹਦੀ ਛਾਤੀ ਤੇ ਦੀਵਾਰ ਕੱਢਦੇ ਪਏ ਨੇ, ਬੜਾ ਬੋਝ ਪੈ ਰਿਹਾ ਉਸ ਤੇ।
ਬੜਾ ਜੈਲਸ ਮਹਿਸੂਸ ਕਰ ਰਿਹਾ, ਬੜਾ ਸੜਦਾ ਜਾ ਰਿਹਾ ਹੈ। ਇੱਕ ਕ੍ਰੋਧ ਤੇ ਪੂਰਨ ਹੋਇਓ। ਬੜੀਆਂ ਛੋਟੀਆਂ ਛੋਟੀਆਂ ਅੱਖਾਂ ਨੇ ਤੇ ਕ੍ਰੋਧ ਨਾਲ ਭਰੇ। ਕਹਿੰਦੇ ਨੇ ਵੀ ਜਿਹੜੀਆਂ ਛੋਟੀਆਂ ਅੱਖਾਂ ਵਾਲੇ ਹੁੰਦੇ ਨਾ, ਮੈਨੂੰ ਚੰਗੀ ਤਰ੍ਹਾਂ ਯਾਦ ਹੈ, ਅਸੀਂ ਇੱਕ ਦਫਾ ਇੱਕ ਟੈਕਸੀ ਵਿੱਚ ਸਫ਼ਰ ਕਰ ਰਹੇ ਸੀ ਤੇ ਹੱਸਦੇ ਜਾ ਰਹੇ ਸੀ, ਤੇ ਨਾਲ ਦੇ ਸੱਜਣ ਕਹਿਣ ਲੱਗੇ ਵੀ ਭਾਈ ਸਾਹਿਬ ਥੋੜਾ ਘੱਟ ਹੱਸੀਏ, ਕਿਤੇ ਐਕਸੀਡੈਂਟ ਨਾ ਹੋ ਜਾਏ। ਤੇ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਹੱਸਣ ਨਾਲ ਐਕਸੀਡੈਂਟ ਦਾ ਕੀ ਸੰਬੰਧ? ਉਹ ਕਹਿਣ ਲੱਗੇ ਡਰਾਈਵਰ ਦੀਆਂ ਅੱਖਾਂ ਛੋਟੀਆਂ ਛੋਟੀਆਂ ਨੇ, ਜਦੋਂ ਹੱਸਦਾ ਤੇ ਬੰਦ ਹੋ ਜਾਂਦੀਆਂ ਨੇ, ਅੱਗੇ ਨਾ ਕਿਸੇ ਵਿੱਚ ਵੱਜ ਜਾਏ। ਬੇਡੋਲ ਜਿਹੀਆਂ ਭੈੜੀਆਂ ਭੈੜੀਆਂ ਇਹਦੀਆਂ ਛੋਟੀਆਂ ਛੋਟੀਆਂ ਅੱਖਾਂ ਹਨ। ਤੇ ਇਸ ਢੰਗ ਦੇ ਨਾਲ ਬੜਾ ਕ੍ਰੋਧ ਨਾਲ ਭਰ ਗਿਆ ਮਹਾਰਾਜ ਜੀ ਦਾ ਕਿਲਾ ਦੇਖ ਕੇ। ਛੋਟੀਆਂ ਅੱਖਾਂ ਕਰਕੇ ਇਹਨੂੰ ਹੋਰ ਵੀ ਵੱਡੀ ਦੀਵਾਰ ਨਜ਼ਰ ਆ ਰਹੀ ਹੈ। ਗੁਰੇ ਈਰਖਾ ਦੁਖ ਹਿਰਦਾ ਪਰੋਇਓ। ਔਰ ਇਸ ਤਰ੍ਹਾਂ ਦੇ ਨਾਲ ਗੁਰ ਈਰਖਾ ਤੇ ਹਿਰਦਾ ਪਰੋਇਓ। ਸਤਿਗੁਰੂ ਜੀ ਦੀ ਈਰਖਾ ਇਹਦੇ ਹਿਰਦੇ 'ਚ ਖੁੱਭੀ ਪਈ। ਜਿਵੇਂ ਫੁੱਲ ਵਿੱਚ ਸੂਈ ਪਰੋ ਦਿੱਤੀ ਜਾਂਦੀ ਹੈ, ਇਸ ਤਰ੍ਹਾਂ ਈਰਖਾ ਦਾ ਸੂਆ ਇਹਨੂੰ ਚੁੱਭਦਾ ਪਿਆ ਹੈ। ਮਹਾਪ੍ਰਤਾਪ ਦੀਪ ਸਮਝਾਨਾ। ਸਤਿਗੁਰੂ ਪਾਤਸ਼ਾਹ ਜੀ ਦਾ ਤੇਜ ਪ੍ਰਤਾਪ ਤੇ ਮਹਾਂ ਹੈ, ਜ਼ਿਆਦਾ ਤੋਂ ਜ਼ਿਆਦਾ ਹੈ, ਵੱਡੇ ਤੋਂ ਵੱਡਾ ਹੈ। ਸੂਰਜਾਂ ਦਾ ਮਹਾਂ ਸੂਰਜ ਹੈ, ਪਰ ਇਸਨੇ ਆਮ ਦੀਪਕ ਵਾਂਗੂ ਸਮਝਿਆ। ਪਰ ਵਿੱਚ ਹੈ ਪਤੰਗ ਸਮਾਨਾ। ਜਿਵੇਂ ਪਤੰਗਾ ਦੀਪਕ ਤੇ ਆ ਪੈਂਦਾ ਹੈ ਨਾ, ਭਮੱਕੜ, ਇਸ ਤਰ੍ਹਾਂ ਇਹ ਮਹਾਰਾਜ ਜੀ ਤੇ ਆ ਕੇ ਪੈ ਰਿਹਾ ਹੈ। ਤੇ ਵਿਗੜੇਗਾ ਕੀ? ਆਪਣੇ ਪਾਰੇ ਦੇ ਸੜਨਗੇ, ਸਤਿਗੁਰੂ ਜੀ ਦਾ ਕੀ ਨੁਕਸਾਨ ਹੋਵੇਗਾ? ਸਾਓ ਜਹਾਂ ਬਲ ਤੇ ਗਰਬੰਤਾ। ਸ਼ਾਹਜਹਾਨ ਦੇ ਬਲ ਤੇ ਵੀ ਬੜਾ ਇਹਨੂੰ ਭਰੋਸਾ ਹੈ ਵੀ ਮੈਂ ਚੰਦੂ ਦਾ ਰਿਸ਼ਤੇਦਾਰ ਹਾਂ, ਤੇ ਮੈਂ ਜਿਹੜਾ ਬਾਦਸ਼ਾਹ ਕੋਲ ਜਾ ਕੇ ਪੁਕਾਰੂ ਹੋਵਾਂਗਾ, ਪੁਕਾਰ ਕਰਾਂਗਾ ਤੇ ਆਪੇ ਮੇਰਾ ਕੰਮ ਸਰ ਜਾਏਗਾ। ਹਾਲ ਨਿਕਟ ਪਾ ਨਹੀਂ ਲਖੰਤਾ। ਪਰ ਇਸ ਮੂਰਖ ਨੂੰ ਇਹ ਨਹੀਂ ਪਤਾ ਵੀ ਮੇਰੀ ਮੌਤ ਨੇੜੇ ਆ ਰਹੀ ਹੈ, ਮੇਰਾ ਸਮਾਂ ਖਤਮ ਹੁੰਦਾ ਜਾ ਰਿਹਾ ਹੈ। ਆਇਓ ਚਲ ਕਰ ਸ੍ਰੀ ਗੁਰਵੋਰੀ। ਇਸ ਤਰ੍ਹਾਂ ਇਹ ਆਪਣੇ ਘਰੋਂ ਫੇਰ ਚੱਲ ਕੇ ਗੁਰੂ ਸਾਹਿਬ ਵਾਲੇ ਪਾਸੇ ਆ ਗਿਆ। ਫੂਲ ਪਾਗ ਸਿਰ ਹੱਥ ਸਟੋਰੀ। ਢਿੱਲੀ ਜਈ ਤੇ ਵੱਡਾ ਜਿਹਾ ਪੱਗੜ ਇਹਨੇ ਸਿਰ ਤੇ ਬੰਨਿਆ ਤੇ ਹੱਥ ਵਿੱਚ ਸੋਟੀ ਪਕੜੀ ਹੋਈ ਹੈ। ਮਹਾਮੂਡ ਕੁੜਿਆਰ ਕੁਪੱਤਾ। ਮਹਾ ਮੂਰਖ ਵੀ ਹੈ ਤੇ ਝੂਠਾ ਵੀ ਹੈ। ਜਿਹੜਾ ਮੂਰਖ ਹੁੰਦਾ ਉਹ ਹੀ ਝੂਠਾ ਹੁੰਦਾ, ਕਿਉਂਕਿ ਜਿਹੜਾ ਸਿਆਣਾ ਹੁੰਦਾ ਉਹਨੂੰ ਪਤਾ ਹੈ ਬਈ ਬੋਲੀਏ ਸੱਚ ਧਰਮ, ਝੂਠ ਨਾ ਬੋਲੀਏ। ਜੋ ਗੁਰ ਦੱਸੇ ਵਾਟ ਮੁਰੀਦਾ ਜੋਲੀਏ। ਪਰ ਜਿਹੜਾ ਮੂਰਖ ਹੁੰਦਾ ਉਹ ਝੂਠ ਦਾ ਸਹਾਰਾ ਲੈਂਦਾ, ਉਹ ਛਲ ਕਪਟ, ਇੱਧਰ ਦੀਆਂ ਉੱਧਰ, ਉੱਧਰ ਦੀਆਂ ਇੱਧਰ। ਇਹ ਮੂਰਖਤਾ ਦੀ ਪਛਾਣ। ਇਹ ਵੀ ਬੜਾ ਮੂਰਖ ਹੈ ਤੇ ਕੁੜਿਆਰ ਹੈ। ਚਹਿਤ ਨਿਕਟ ਜੈਵੇ ਚਬ ਗੱਤਾ। ਕੁਪੱਤਾ ਵੀ ਹੈ, ਝਗੜਾਲੂ ਹੈ, ਇਹਦੀ ਪਤ ਕੋਈ ਨਹੀਂ। ਤੇ ਮਨ ਵਿੱਚ ਸੋਚਦਾ ਹੈ ਬਈ ਮੈਂ ਸ਼ਾਹਜਹਾਨ ਕੋਲ ਜਾ ਪੁਕਾਰ ਕਰਾਂ। ਇਸ ਕੋ ਆਜ ਡਰਾਉਂ ਵਿਸਾਲਾ। ਸਾਹਿਬ ਜੀਆਂ ਦੇ ਬਾਰੇ ਸੋਚਦਾ ਵੀ ਇਹਨਾਂ ਨੂੰ ਅੱਜ ਬਹੁਤ ਡਰਾ ਦੇਵਾਂਗਾ, ਮੈਂ ਇਹਨਾਂ ਨੂੰ ਯਰਕਾ ਦੇਵਾਂਗਾ। ਜੇ ਸੁਨ ਕਰ ਜਾਵੇ ਕਰ ਟਾਲਾ। ਔਰ ਜਿਹਨੂੰ ਸੁਣ ਕੇ ਇਹ ਟਾਲਾ ਵੱਟ ਜਾਣ, ਇੱਥੋਂ ਚਲੇ ਜਾਵਣ। ਨਾਹੀਂ ਤਾਂ ਲਸਕਰ ਕੋ ਲੈ ਆਊਂ। ਤੇ ਜੇ ਮੇਰੀ ਗੱਲ ਨਾ ਮੰਨੀ, ਮੇਰੇ ਨਾਲ ਨਾ ਸਹਿਮਤ ਹੋਏ, ਫਿਰ ਮੈਂ ਸੈਨਾ ਬੁਲਾਵਾਂਗਾ, ਸ਼ਾਹਜਹਾਨ ਕੋਲ ਫਰਿਆਦੀ ਹੋਵਾਂਗਾ। ਪਰ ਤਰ ਰੋਕਨ ਫਲ ਦਿਖਰਾਉਂ। ਇਹਨੇ ਜਿਹੜੀ ਮੇਰੀ ਜ਼ਮੀਨ ਰੋਕ ਲਈ ਹੈ, ਮੈਂ ਪਰਾਏ ਜਗ੍ਹਾ ਤੇ ਕਬਜ਼ਾ ਕਰ ਲਿਆ, ਉਹਦਾ ਫਲ ਇਹਨਾਂ ਨੂੰ ਦਿਖਾਵਾਂਗਾ ਵੀ ਕੀ ਹੁੰਦਾ ਹੈ। ਜੋ ਜਾਏ ਕਰ ਮਾਰਿਓ ਜਾਈ। ਜਾਂ ਫਿਰ ਸੈਨਾ ਇਹਨਾਂ ਨੂੰ ਮਾਰ ਦੇਵੇਗੀ, ਜਾਂ ਫੜ ਕੇ ਕੈਦ ਕਰ ਦੇਣ, ਜਾਂ ਪਕੜੇ ਜਾਣਗੇ, ਜਾਂ ਮਰ ਜਾਵਣਗੇ। ਆਗੇ ਰਹਿਓ ਸਹੋਰਿ ਸਿਪਾਈ। ਇਹ ਕੂੜ ਵਿਚਾਰ ਗੁਰੂ ਹਰਗੋਬਿੰਦ ਸਾਹਿਬ ਜੀ ਬਾਰੇ ਕਰ ਰਿਹਾ। ਇਹ ਨਹੀਂ ਪਤਾ ਵੀ ਮੈਂ ਹੀ ਮੁੱਕ ਜਾਣਾ। ਸਤਿਗੁਰੂ ਤਾਂ ਸਦਾ ਰਹਿੰਦੇ ਨੇ,
ਨਾ ਉਹ ਮਰੇ ਨਾ ਹੋਵੇ ਸੋਗ, ਦਿੰਦਾ ਰਹੇ ਨਾ ਚੁੱਕੈ ਭੋਗ। ਗੁਣੇ ਹੋ ਹੋਰ ਨਾਹੀ ਕੋਏ, ਨਾ ਕੋ ਹੋਆ ਨਾ ਕੋ ਹੋਏ। ਪਰ ਇਹ ਮੂਰਖ ਸੋਚਦਾ ਬਈ ਮੈਂ ਸੈਨਾ ਲਿਆ ਕੇ ਤੇ ਪਕੜਵਾ ਦੇਵਾਂਗਾ ਤੇ ਖਤਮ ਕਰਾ ਦੇਵਾਂਗਾ, ਤੇ ਅੱਗੇ ਹੀ ਬਾਦਸ਼ਾਹ ਨਾਲ ਇਹਨਾਂ ਦੀ ਅਣਬਣ ਹੈ, ਜੰਗ ਹੋਇਆ ਹੈ ਹੁਣੇ ਹੁਣੇ। ਹਾਂਜੀ, ਹਿਮ ਚਿਤ ਮੈਂ ਚਿਤਵਤ ਚਲਿਆਇਓ। ਇਸ ਤਰ੍ਹਾਂ ਮਨ ਵਿੱਚ ਕਈ ਤਰ੍ਹਾਂ ਦੀਆਂ ਚਿਤਵਨੀਆਂ ਚਿਤਵਦਾ ਹੋਇਆ ਇਹ ਮਹਾਰਾਜ ਜੀਆਂ ਦੇ ਕੋਲ ਆ ਪਹੁੰਚਿਆ। ਜਹਾਂ ਬੈਠ ਗੁਰਦੇਵ ਸੁਹਾਇਓ। ਉਹ ਜਿਹੜਾ ਥਾਂ ਸਤਿਗੁਰੂ ਜੀ ਦੇ ਬਿਰਾਜਣ ਨਾਲ ਸੁਹਾਵਣਾ ਹੋ ਗਿਆ, ਭਾਗਾਂ ਵਾਲਾ ਹੋ ਗਿਆ, ਜਿੱਥੇ ਮਹਾਰਾਜ ਬਿਰਾਜੇ ਨੇ ਉੱਥੇ ਆ ਪਹੁੰਚਿਆ ਹੈ। ਬੋਲਿਓ ਮੂਰਖ ਨਮੋ ਨ ਕੀਨੀ। ਨਾ ਮੱਥਾ ਟੇਕਿਆ ਨਾ ਕੋਈ ਅਭਿਵਾਦਨ ਦੇ ਸ਼ਬਦ ਆਖੇ, ਇਸ ਮੂਰਖ ਨੇ ਤੇ ਆ ਪਹੁੰਚਿਆ, ਆਪ ਬੈਠਾ। ਜਾਤੀ ਮਾਨ ਰਿਸੈ ਮਤ ਪੀਨੀ। ਔਰ ਇਸ ਤਰ੍ਹਾਂ ਦੇ ਨਾਲ ਜਾਤੀ ਮਾਨ ਰਿਸਮੈ ਮਤ ਪੀਨੀ, ਆਪਣੀ ਬਿਰਾਦਰੀ ਦੇ ਸਮਝਦਾ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਵੀ ਮੈਂ ਵੀ ਖੱਤਰੀ ਆ, ਇਹ ਵੀ ਖੱਤਰੀ, ਇੱਕੋ ਜਿਹੇ ਹੈਗੇ ਆ। ਹਾਂਜੀ, ਨਹੀਂ ਟਰਿਓ ਕਰਵੇ ਉਤਪਾਤ। ਤੇ ਰੌਲਾ ਪਾਉਣ ਤੋਂ ਇਹ ਬਾਜ਼ ਨਾ ਆਇਆ। ਸਮਝਿਓ ਪਲੀ ਨ ਆਪਣੀ ਬਾਤ। ਇਹ ਆਪਣੇ ਚੰਗਿਆਈ ਆਪਣੀ ਚੰਗਿਆਈ ਨਾ ਸਮਝ ਸਕਿਆ ਵੀ ਮੇਰਾ ਭਲਾ ਕਿਹੜੀ ਗੱਲ 'ਚ, ਮੇਰੇ ਖਾਮੋਸ਼ ਰਹਿਣ 'ਚ ਮੇਰਾ ਭਲਾ ਹੈ, ਇਹ ਨਾ ਸਮਝ ਸਕਿਆ ਤੇ ਰੌਲਾ ਪਾਉਣ ਲੱਗ ਪਿਆ। ਕਰਨ ਬੁਰਾ ਨਿਜ ਕੋ ਕਿਮ ਚਾਹਤ। ਪਤਾ ਨਹੀਂ ਭਾਈ ਸਾਹਿਬ ਕਹਿੰਦੇ ਨੇ ਵੀ ਗੁਰੂ ਜੋਤ ਦੇ ਸਾਹਮਣੇ ਇਹ ਬਕਵਾਦ ਕਰ ਰਿਹਾ ਹੈ ਤੇ ਆਪਣਾ ਬੁਰਾ ਕਿਵੇਂ ਕਰਦਾ ਪਿਆ। ਇਤਨਾ ਤੇ ਆਪਣਾ ਬੁਰਾ ਕੋਈ ਨਹੀਂ ਕਰਦਾ ਕਿ ਸਤਿਗੁਰੂ ਜੀ ਦੇ ਸਾਹਮਣੇ ਖੜੇ ਹੋ ਕੇ ਉਹਨਾਂ ਦੇ ਅਨਾਦਰ ਦੇ ਕੋਈ ਬੋਲ ਆਖੇ। ਇੰਨਾ ਵੱਡਾ ਆਪਣਾ ਬੁਰਾ ਇਹ ਕਿਉਂ ਕਰ ਰਿਹਾ ਹੈ? ਸ਼ੇਰ ਕੋ ਗਹਿਨੋ ਮਾਹਤ। ਔਰ ਇਸ ਤਰ੍ਹਾਂ ਕਰ ਰਿਹਾ ਜਿਵੇਂ ਸ਼ੇਰ ਦੇ ਮੂੰਹ ਵਿੱਚ ਹੱਥ ਦੇਣਾ ਜਾਂ ਸੱਪ ਦੇ ਮੂੰਹ ਵਿੱਚ ਉਂਗਲੀ ਦੇਣਾ, ਭਾਵ ਆਪਣੀ ਮੌਤ ਨੂੰ ਸਹੇੜਦਾ ਪਿਆ ਹੈ। ਕਿਉਂ ਚਾਹਤ ਨਿਜ ਪ੍ਰਾਨ ਨਹਾਨ। ਬਸ ਇੰਜ ਕਹਿ ਲਓ ਆਪਣੇ ਪ੍ਰਾਣਾਂ ਦੀ ਹਾਨੀ ਕਰਦਾ ਪਿਆ, ਆਪਣੀ ਮੌਤ ਸਹੇੜ ਰਿਹਾ ਹੈ। ਜੀਵਤ ਕਿਮ ਬਸੈ ਸਥਾਨਾ। ਕਹਿੰਦਾ ਮੈਂ ਤੁਸੀਂ ਆਪਣੇ ਪ੍ਰਾਣਾਂ ਦਾ ਨੁਕਸਾਨ ਕਰ ਬਹੋਗੇ। ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਕਹਿੰਦਾ ਜਿੰਨਾ ਚਿਰ ਮੈਂ ਜਿਉਂਦਾ, ਮੇਰੇ ਜਿਉਂਦਿਆਂ ਇਹ ਥਾਂ ਤੁਸੀਂ ਨਹੀਂ ਵਸਾ ਸਕਦੇ। ਇਹਦਾ ਮਤਲਬ ਤੂੰ ਉੱਲੂ ਹੈ, ਤੂੰ ਉਜਾੜ ਭਾਲਦਾ। ਸਤਿਗੁਰੂ ਤੇ ਬਹਾਰ ਪ੍ਰਦਾਨ ਕਰ ਰਹੇ ਨੇ ਤੇ ਤੂੰ ਉਜਾੜ ਪਾ ਚਾਹੁੰਦਾ ਹੈ। ਸ਼ਾਹ ਜਹਾਂ ਕੋ ਸਮਝਤ ਨਾਹੀ। ਮਨ ਵਿੱਚ ਕਹਿੰਦਾ ਔਰ ਬੋਲਣ ਲੱਗਾ ਵੀ ਤੁਸੀਂ ਸ਼ਾਹ ਜਹਾਨ ਨੂੰ ਸਮਝਦੇ ਨਹੀਂ, ਉਹ ਕਿੰਨੀ ਸ਼ਕਤੀ ਦਾ ਮਾਲਕ ਹੈ, ਮੇਰੀ ਨੇੜਤਾ ਹੈ ਉਹਦੇ ਨਾਲ। ਨਾਹਕ ਮਰੈ ਕੈਦ ਕੇ ਮਾਹੀ। ਐਵੇਂ ਖਾਮਖਾ ਕੈਦ ਵਿੱਚ ਤੁਹਾਡੀ ਮੌਤ ਹੋਵੇ। ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਇਹ ਬੋਲ ਕਹਿ ਰਿਹਾ ਤੇ ਮਹਾਰਾਜ ਮੁਸਕਰਾ ਕੇ ਸੁਣ ਰਹੇ ਹਨ। ਸ੍ਰੀ ਹਰਿ ਗੋਬਿੰਦ ਸੁਨਤ ਬਖਾਨਾ। ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਾਹਮਣੇ ਜਦ ਇਸ ਤਰ੍ਹਾਂ ਦੇ ਕੂੜੇ ਬੋਲ ਕਹਿੰਦਾ ਰਿਹਾ ਬਈ ਤੁਸੀਂ ਪਤਾ ਨਹੀਂ ਸ਼ਾਹ ਜਹਾਨ ਦੀ ਤਾਕਤ ਮੇਰੇ ਨਾਲ, ਮੈਂ ਕਰ ਦੇਵਾਂਗਾ, ਇਹ ਕਰ ਦੇਵਾਂਗਾ, ਕੈਦ ਵਿੱਚ ਮਾਰਾਂਗਾ ਤੁਹਾਨੂੰ। ਤਾਂ ਫਿਰ ਸਾਹਿਬ ਜੀਆਂ ਨੇ ਇਹਦੇ ਕੋਲੋਂ ਸੁਣ ਕੇ ਇੰਝ ਕਿਹਾ ਮਰਿਓ ਚਹਤ ਕਿਉਂ ਮੂਡ ਮਹਾਨਾ। ਮਹਾਰਾਜ ਸੱਚੇ ਪਾਤਸ਼ਾਹ ਆਖਣ ਲੱਗੇ ਮਹਾ ਮੂਰਖ ਕਿਉਂ ਆਪਣੀ ਮੌਤ ਸਹੇੜਦਾ ਪਿਆ, ਕਿਉਂ ਮੌਤ ਨੂੰ ਬੁਲਾ ਰਿਹਾ ਹੈ, ਮਰਿਆ ਮਰਨਾ ਚਾਹੁੰਦਾ ਹੈ। ਸਾਹ ਜਹਾਂ ਰਹਿ ਕਿਸ ਥਾਈ। ਅਸੀਂ ਕੀ ਸਮਝਦੇ ਆ ਸ਼ਾਹ ਜਹਾਨ ਨੂੰ ਜਿੱਥੇ ਮਰਜੀ ਰਵੇ। ਮਾਰਿਓ ਮਰੇ ਕੂਰ ਬਿਨ ਪਰ ਆਈ। ਤੂੰ ਤਾਂ ਜਿਹੜਾ ਬਿਨਾਂ ਆਈ ਮੌਤ ਮਰਨ ਨੂੰ ਤਿਆਰ ਬੈਠਾ ਹੈ, ਇਸ ਤਰ੍ਹਾਂ ਦੀਆਂ ਤੂੰ ਗੱਲਾਂ ਕਰ ਰਿਹਾ ਹੈ। ਪ੍ਰਾਨ ਵਾਰ ਦ੍ਰਿਸ਼ਟ ਤੇ ਟਰੋ। ਜਾ ਸਾਡੀਆਂ ਨਜ਼ਰਾਂ ਤੋਂ ਦੂਰ ਹੋ ਜਾ ਤੇ ਆਪਣੇ ਪ੍ਰਾਣ ਬਚਾ, ਆਪਣੇ ਪ੍ਰਾਣਾਂ ਦੀ ਰਾਖੀ ਕਰ। ਅਸੀਂ ਤੈਨੂੰ ਮਾਰਨਾ ਨਹੀਂ ਚਾਹੁੰਦੇ, ਸਾਡੇ ਕੋਲੋਂ ਦੂਰ ਚਲਾ ਜਾ। ਨਹਿ ਆਵਨੀਤ ਕੋ ਕਬ ਕਰੋ। ਤੇ ਮੁੜ ਕੇ ਸਾਡੇ ਵੱਲ ਨਾ ਕਦੀ ਆਈ। ਸਾਧ ਸੰਗਤ ਜਿਸ ਵਾਸਤੇ ਸਤਿਗੁਰੂ ਜੀ ਦੀ ਰਚਨਾ ਤੋਂ ਇਹ ਬੋਲ ਨਿਕਲ ਜਾਣ ਬਈ ਸਾਡੀ ਨਜ਼ਰ ਤੋਂ ਲੰਬੇ ਹੋ ਜਾ,
ਮੁੜ ਕੇ ਸਾਡੇ ਵੱਲ ਨਾ ਕਦੇ ਆਈ। ਉਸ ਮਨੁੱਖ ਦਾ ਤੇ ਜਿਉਣਾ ਮਰਨ ਸਮਾਨ ਨਹੀਂ। ਉਹਨੂੰ ਸੁੱਖ ਕਿੱਥੋਂ ਮਿਲਣਾ ਹੈ? ਉਹ ਤਾਂ ਸਦਾ ਦੁੱਖਾਂ ਨਾਲ ਹੀ ਭਰਿਆ ਰਹੇਗਾ। ਮਹਾਰਾਜ ਜੀਆਂ ਨੇ ਐਸਾ ਬਚਨ ਆਖਿਆ, ਸਾਹੋ ਭਰੋਸੇ ਮੈਂ ਮਰ ਜਾਏ ਹਾਂ। ਐਵੇਂ ਨਾ ਹੋਵੇ ਕਿ ਬਾਦਸ਼ਾਹ ਦੇ ਭਰੋਸੇ ਜੀ ਤੂੰ ਮਾਰਿਆ ਜਾਵੇਂ। ਹਮ ਨਾ ਡਰੈ ਤੁਰਕ ਬਦ ਕੈ ਤੇ ਨਾਲੇ ਤੈਨੂੰ ਦੱਸਦੇ ਨੇ ਆ ਵੀ ਅਸੀਂ ਕਿਸੇ ਸ਼ਾਹਜਹਾਨ ਸ਼ਾਹਜਹਾਨ ਤੋਂ ਨਹੀਂ ਡਰਦੇ, ਬਲਕਿ ਅਸੀਂ ਤਾਂ ਇਹਨਾਂ ਜ਼ਾਲਮ ਤੁਰਕਾਂ ਦਾ ਵੱਧ ਕਰ ਦੇਵਾਂਗੇ। ਸੁਨ ਕੇ ਰੜ ਕਰ ਕ੍ਰੋਧ ਬਖਾਨਤ। ਤੇ ਮੂਰਖ ਹੋਰ ਕ੍ਰੋਧ ਨਾਲ ਭਰ ਗਿਆ। ਭਗਵਾਨ ਦਾਸ ਘੇਰੜ ਕਿਉ ਨ ਸਾਹੋ ਜਹਾਂ ਕੋ ਜਾਨਤ। ਆਖਣ ਲੱਗਾ ਅਜੇ ਵੀ ਤੁਸੀਂ ਸ਼ਾਹਜਹਾਨ ਨੂੰ ਨਹੀਂ ਜਾਣਦੇ। ਤੇ ਆਧੀ ਰਾਤ ਪਲਾਇਓ। ਉਸੇ ਸ਼ਾਹਜਹਾਨ ਤੋਂ ਡਰਦਿਆਂ ਤੇ ਅੱਧੀ ਰਾਤ ਅੰਮ੍ਰਿਤ ਛੱਡ ਕੇ ਦੌੜੇ, ਅੰਮ੍ਰਿਤਸਰ ਛੱਡ ਕੇ। ਇਹ ਮੂਰਖ ਲੱਗਦਾ ਇਸ ਤਰ੍ਹਾਂ ਦੀਆਂ ਗੱਲਾਂ ਪ੍ਰਚਾਰਦਾ ਰਿਹਾ ਲੋਕਾਂ ਵਿੱਚ ਵੀ ਅੱਧੀ ਰਾਤ ਦੌੜੇ ਨੇ। ਮਹਾਰਾਜ ਕੋਈ ਨਹੀਂ ਦੌੜੇ। 7000 ਸੈਨਿਕ ਮਹਾਰਾਜ ਜੀ ਦੇ ਤੀਰਾਂ ਨਾਲ ਮੌਤ ਦੇ ਘਾਟ ਉਤਰੇ। ਵੱਡੀ ਜਿੱਤ ਪ੍ਰਾਪਤ ਹੋਈ ਤੇ ਫਿਰ ਆਨੰਦ ਨਾਲ ਝਬਾਲ ਆ ਕੇ ਆਪਣੀ ਸਪੁੱਤਰੀ ਬੀਬੀ ਬੀਰੋ ਜੀ ਦਾ ਆਨੰਦ ਕਾਰਜ ਕੀਤਾ। ਫਿਰ ਤੀਰਥ ਤਰਨਤਾਰਨ ਸਾਹਿਬ, ਗੋਇੰਦਵਾਲ ਸਾਹਿਬ ਆਦਿਕ ਸਥਾਨਾਂ ਤੇ ਪਹੁੰਚ ਕੇ ਸ਼ੁਕਰਾਨਾ ਕੀਤਾ। ਪਰ ਇਹ ਮੂਰਖ ਇਸ ਤਰ੍ਹਾਂ ਦਾ ਪ੍ਰਚਾਰ ਦਾ ਪਿਆ, ਇਸ ਲਈ ਕਹਿੰਦਾ ਵੀ ਅੱਧੀ ਰਾਤ ਦੌੜ ਕੇ ਨਿਕਲ ਕੇ ਆਏ ਹੋ। ਸਗਰੋ ਵਿਆਹ ਸਮਾਜ ਲੁਟਾਇਓ। ਤੇ ਤੁਸੀਂ ਜੋ ਵਿਆਹ ਦਾ ਸਾਜੋ ਸਮਾਨ ਸੀ ਉਹ ਵੀ ਸੈਨਾ ਨੇ ਤੁਹਾਡਾ ਸਾਰਾ ਲੁੱਟ ਲਿਆ। ਵੀ ਜਿਹੜੀ ਸੈਨਾ ਮਾਰੀ ਹੀ ਗਈ ਉਹਨੇ ਲੁੱਟ ਕੀ ਲਿਆ ਹੈ? ਨੀਠ ਨੀਠ ਕਿਉਂ ਹੂੰ ਬਚ ਰਹੇ ਹੋ। ਬਸ ਕਿਸੇ ਤਰ੍ਹਾਂ ਛੁਪ ਛੁਪਾ ਕੇ, ਕਿਸੇ ਤਰ੍ਹਾਂ ਬਚ ਬਚਾ ਕੇ ਤੁਸੀਂ ਬਚੇ ਹੋ। ਅੰਧਕਾਰੀ ਮੈਂ ਕਿਨੋ ਨ ਲਹੇ। ਤੇ ਰਾਤ ਦੀ ਤਾਰੀਖੀ ਵਿੱਚ ਤੁਸੀਂ ਨਿਕਲ ਕੇ ਆਏ ਹੋ, ਕਿਸੇ ਨੂੰ ਪਤਾ ਨਹੀਂ ਲੱਗਾ, ਨਹੀਂ ਤੇ ਤੁਹਾਨੂੰ ਹੁਣ ਤੱਕ ਕਿਹਨੇ ਛੱਡਣਾ ਸੀ। ਸਰੋਵਰ ਸਦਨ ਛਿਨਾਇਓ। ਅੰਮ੍ਰਿਤਸਰ ਦਾ ਸਰੋਵਰ ਤੇ ਤੁਹਾਡਾ ਮਹਿਲ ਵੀ ਉਹਦੀਆਂ ਸੈਨਾਵਾਂ ਨੇ ਖੋਹ ਲਿਆ। ਲੱਗਦਾ ਇਸ ਤਰ੍ਹਾਂ ਦਾ ਪ੍ਰਚਾਰ ਕਰਦਾ ਰਿਹਾ, ਤਾਂ ਹੀ ਤੇ ਮਹਾਰਾਜ ਜੀ ਦੇ ਸਨਮੁਖ ਇਹ ਗੱਲ ਕਰਦਾ ਪਿਆ ਹੈ। ਇਤਕ ਸਿੱਖ ਬਪੁਰੇ ਮਰਵਾਏ। ਕਈ ਗਵਾਰ ਸਿੱਖ ਵੀ ਤੁਸਾਂ ਮਰਵਾ ਲਏ ਹਨ ਆਪਣੇ। ਨ ਸਮਝਤ ਭਾਇਸ ਹਾਲ। ਇੰਨਾ ਮਾੜਾ ਹਾਲ ਵੱਡਾ ਹੋਇਆ ਹੈ ਜਹਾਂਗੀਰ ਨੇ ਕੀਤਾ ਹੈ, ਐਸਾ ਜਹਾਨ ਨੇ ਕੀਤਾ ਹੈ, ਤੇ ਫੇਰ ਨਹੀਂ ਤੁਸੀਂ ਸਮਝ ਰਹੇ ਕਿ ਸ਼ਾਹਜਹਾਨ ਕੌਣ ਹੈ। ਕਰਤ ਫਿਰਤ ਉਤਪਾਤ ਵਿਸਾਲਾ। ਇੱਧਰ ਉੱਧਰ ਵੱਡਾ ਰੌਲਾ ਪਾਉਂਦੇ ਫਿਰ ਰਹੇ ਹੋ। ਅਬ ਕੈਸਾਉ ਨ ਛੋੜੈ ਤੋਹੀ। ਹੁਣ ਮੈਂ ਸ਼ਾਹਜਹਾਨ ਕੋਲ ਜਾਵਾਂਗਾ ਤੇ ਸ਼ਾਹਜਹਾਨ ਤੁਹਾਨੂੰ ਨਹੀਂ ਛੱਡੇਗਾ। ਇਹ ਤੁਹਾਨੂੰ ਸ਼ਬਦ ਮੈਂ ਸਤਿਕਾਰ ਸਹਿਤ ਬੋਲ ਰਿਹਾ ਆਪਣੇ ਕੋਲ। ਇਹਨੇ ਕੁਝ ਹੋਰ ਤਰ੍ਹਾਂ ਨਾਲ ਤੂੰ ਤੜਾਕ ਕੀਤੀ ਹੋਵੇਗੀ, ਕਿਉਂਕਿ ਕ੍ਰੋਧ ਵਿੱਚ ਬੰਦੇ ਦਾ ਕਿਸੇ ਚੀਜ਼ ਤੇ ਕਾਬੂ ਨਹੀਂ ਰਹਿੰਦਾ, ਨਾ ਆਪਣੇ ਹੱਥ ਪੈਰਾਂ ਤੇ, ਨਾ ਜ਼ੁਬਾਨ ਤੇ, ਨਾ ਸ਼ੈਲੀ ਸ਼ਬਦਾਵਲੀ ਤੇ। ਤਹਿਜ਼ੀਬੋ ਤਮਰਦਨ ਸਭ ਕੁਝ ਗੁਆ ਬੈਠਦਾ ਹੈ। ਪਤਾ ਨਹੀਂ ਕਿਸ ਲਹਿਜ਼ੇ ਨਾਲ ਇਹਨੇ ਕਿਹਾ ਹੋਵੇਗਾ। ਪਹੁੰਚਨ ਦੇਹੋ ਨਿਕਟ ਅਬ ਮੋਹੀ। ਆਖਣ ਲੱਗਾ ਬਸ ਇੱਕ ਵਾਰੀ ਮੈਨੂੰ ਹੁਣ ਸ਼ਾਹਜਹਾਨ ਦੇ ਕੋਲ ਪਹੁੰਚਣ ਦੇਵੋ, ਫਿਰ ਤੁਸੀਂ ਦੇਖਣਾ ਮੈਂ ਤੁਹਾਡਾ ਕੀ ਹਾਲ ਕਰਦਾ ਹਾਂ। ਸੁਨ ਸਤਿਗੁਰ ਬਹੁਰੋ ਸਮਝਾਵੇ। ਇੱਕ ਵਾਰੀ ਫੇਰ ਆਖੋ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਇਸੇ ਨੂੰ ਹੀ ਕਹਿੰਦੇ ਨੇ ਅਜਰ ਵਸਤੂ ਨੂੰ ਜਰ ਲੈਣਾ। ਮਹਾਰਾਜ ਸੱਚੇ ਪਾਤਸ਼ਾਹ ਨੇ ਬਹੁਤ ਕੁਝ ਇਹਦੇ ਕੋਲੋਂ ਸੁਣਿਆ। ਇਹ ਸੁਣਾ ਰਿਹਾ, ਖੋਟੀਆਂ ਖਰੀਆਂ ਕਰ ਰਿਹਾ, ਤੇ ਮਹਾਰਾਜ ਸੱਚੇ ਪਾਤਸ਼ਾਹ ਫਿਰ ਵੀ ਸਮਝਾ ਰਹੇ। ਕਹਿੰਦੇ ਨੇ ਘੇਰੜ ਤੂੰ ਇਹ ਗੱਲ ਨੂੰ ਸਮਝ ਜਾ। ਹਮ ਤੋ ਸਮਝ ਰਹੇ ਜਿਮ ਭਾਵੈ। ਜੋ ਪ੍ਰਮਾਤਮਾ ਨੂੰ ਚੰਗਾ ਲੱਗਦਾ ਅਸੀਂ ਤਾਂ ਸਭ ਸਮਝ ਰਹੇ ਹਾਂ, ਤੂੰ ਨਹੀਂ ਸਮਝ ਰਿਹਾ। ਜਹਾਂ ਸੰਗ ਮੇਰੋ ਝਗੜਾ। ਬਾਕੀ ਜੇ ਲੜਾਈ ਹੋਈ ਹੈ, ਜੰਗ ਹੋਇਆ, ਤੇ ਸ਼ਾਹਜਹਾਨ ਨਾਲ ਸਾਡਾ ਹੋਇਆ, ਕਿਸੇ ਨੂੰ ਕੀ ਇਸ ਦੀ ਤਕਲੀਫ ਹੈ। ਸਾਹੋ ਲਖੇ ਕੇ ਸੋ ਹਮ ਸਗਰਾ। ਜਾਂ ਸਾਨੂੰ ਪਤਾ ਹੈ ਜਾਂ ਸ਼ਾਹਜਹਾਨ ਨੂੰ ਸਾਰਾ ਪਤਾ ਹੈ ਵੀ ਇਹ ਜੰਗ ਦਾ ਕਾਰਨ ਕੀ।
ਔਰ ਇਸ ਤਰ੍ਹਾਂ ਜੰਗ ਕਿਉਂ ਹੋਇਆ ਤੇ ਕਿਹਨੇ ਜੰਗ ਜਿੱਤਿਆ, ਇਹ ਸਾਰਾ ਝਗੜਾ ਸਾਡਾ ਹੈ, ਤੂੰ ਇਸ ਵਿੱਚ ਕਿਉਂ ਆਉਂਦਾ ਹੈ? ਤੂੰ ਕਿਮ ਕਲਪਤ ਮੂਡ ਗਵਾਰ, ਐਵੇਂ ਤੂੰ ਮੂਡ ਗਵਾਰ ਬਣ ਕੇ ਕਲਪਦਾ ਪਿਆ ਹੈ। ਮੂਰਖਾਂ ਵਾਂਗੂ ਲੜਾਈ ਕਿਸੇ ਦੀ, ਝਗੜਾ ਕਿਸੇ ਦਾ ਤੇ ਕਲਪਦਾ ਕੋਈ ਪਿਆ ਇਨ ਹੈ। ਬਾਤਨ ਕੀ ਕਿਆ ਤੁਝ ਸਾਰ, ਤੈਨੂੰ ਇਹਨਾਂ ਗੱਲਾਂ ਦੀ ਸਮਝ ਨਹੀਂ ਹੈ ਬਈ ਉਹਨੇ ਕਿਉਂ ਜੰਗ ਕੀਤਾ, ਕਾਰਨ ਕੀ ਹੈ, ਪ੍ਰਮਾਤਮਾ ਕੀ ਚਾਹੁੰਦਾ ਹੈ, ਉਸਨੂੰ ਕੀ ਭਾਉਂਦਾ ਹੈ। ਇਹਨਾਂ ਗੱਲਾਂ ਦੀ ਸਾਰ ਤੈਨੂੰ ਨਹੀਂ ਹੈਗੀ। ਛਿਮਾ ਤਰੀ ਅਵਲੋ ਤੁਮ ਤੇ ਹੁਣ ਤੈਨੂੰ ਕਹਿੰਦੇ ਆ ਵੀ ਅਸੀਂ ਹੁਣ ਤੱਕ ਤੈਨੂੰ ਖਿਮਾ ਹੀ ਕਰਦੇ ਰਹੇ, ਤੂੰ ਬਹੁਤ ਕੁਝ ਬੋਲਿਆ ਤੇ ਅਸੀਂ ਖਿਮਾ ਹੀ ਕਰਦੇ ਰਹੇ ਹਾਂ। ਤਮਰੇ ਪਰ ਖਲ ਭੂ ਪਰ, ਜੇ ਨਹੀਂ ਅਸੀਂ ਖਿਮਾ ਕਰਦੇ ਤਾਂ ਹੁਣ ਤੱਕ ਤੂੰ ਜ਼ਮੀਨ ਤੇ ਮਰਿਆ ਪਿਆ ਹੋਣਾ ਸੀ। ਤੇ ਐਸਾ ਨਾ ਹੋਵੇ ਕਿ ਤੇਰੇ ਸਰੀਰ ਦੇ ਟੁਕੜੇ ਜ਼ਮੀਨ ਤੇ ਪਏ ਹੋਵਣ ਤੇ ਤੂੰ ਮਰ ਜਾਵੇਂ, ਮੁੱਕ ਜਾਵੇਂ। ਕੋ ਰੋਕ ਨਾ ਬੋਲ ਕਠੋਰਾ, ਹੁਣ ਅਸੀਂ ਤੈਨੂੰ ਇਹ ਕਹਿੰਦੇ ਆ ਵੀ ਆਪਣੀ ਜ਼ਬਾਨ ਨੂੰ ਲਗਾਮ ਦੇ ਤੇ ਕੌੜੇ ਬੋਲ ਨਾ ਕਹਿ। ਤੇ ਆਈ ਅਪਦਾ ਅਬ ਕੋਰਾ, ਤੇ ਜੇ ਤੂੰ ਨਹੀਂ ਮੰਨਦਾ ਤੇ ਫਿਰ ਘੋਰ ਵਿਪਤਾ ਤੇਰੇ ਸਿਰ ਆਈ ਸਮਝ। ਭਾਵ ਤੇਰੀ ਮੌਤ ਆ ਗਈ। ਇਸ ਤੋਂ ਮੌਤ ਤੋਂ ਵੱਡੀ ਕੋਈ ਵਿਪਤਾ ਨਹੀਂ ਆਉਂਦੀ, ਬੰਦਾ ਇਸ ਤੋਂ ਬਚ ਹੀ ਨਹੀਂ ਸਕਦਾ। ਹੋਏ ਨਾ ਹੋਏ ਹਿਮਾਇਤ ਤੇਰੀ, ਫਿਰ ਐਵੇਂ ਵਹਿਮ ਨਾ ਕਰ ਬਈ ਤੂੰ ਸ਼ਾਹਜਹਾਨ ਕੋਲ ਜਾਏਗਾ ਜਾਂ ਕਿਸੇ ਹੋਰ ਕੋਲ ਜਾਏਗਾ। ਤੇਰੀ ਹਿਮਾਇਤ ਤੇ ਸਾਡੇ ਕੋਲੋਂ ਤੈਨੂੰ ਬਚਾਉਣ ਲਈ ਕਿਸੇ ਨੇ ਨਹੀਂ ਪਹੁੰਚਣਾ। ਮਰ ਜਾਏ ਹੈ ਮੂਰਖ ਬਿੰਡੇਰੀ, ਤੇ ਐਵੇਂ ਮੂਰਖਾ ਝਟਪਟ ਆਪਣੇ ਪ੍ਰਾਣ ਗਵਾ ਲਏਗਾ। ਇਸ ਲਈ ਆਪਣੀ ਜ਼ਬਾਨ ਨੂੰ ਲਗਾਮ ਦੇ ਤੇ ਇੱਥੋਂ ਚਲਾ ਜਾ। ਜੇ ਪਿਛੇ ਵੱਡ ਹੋਏ ਲੜਾਈ, ਤੇ ਜੇ ਤੂੰ ਮਰ ਜਾਵੇਂ ਤੇ ਉਦੋਂ ਬਾਅਦ ਵਿੱਚ ਕੋਈ ਫੇਰ ਜੰਗ ਸਾਡਾ ਹੋਵੇ, ਤੋਹੇ ਕਹਾਣੇ ਪ੍ਰਾਨਨ ਪਾਈ। ਫਿਰ ਤੇਰੇ ਬਾਅਦ ਜੋ ਮਰਜ਼ੀ ਹੁੰਦਾ ਰਵੇ, ਤੈਨੂੰ ਦੁਬਾਰੇ ਪ੍ਰਾਣ ਥੋੜੀ ਮਿਲ ਜਾਣੇ। ਭਾਵ ਤੂੰ ਥੋੜੀ ਹੋਵੇਂਗਾ ਫਿਰ। ਭਰੀ ਰਹਿ ਭੂਮੀ ਸਭ ਇਹਾਂ, ਬਾਕੀ ਤੈਨੂੰ ਦੱਸਦੇ ਆ ਸਾਰੀ ਜ਼ਮੀਨ ਇੱਥੇ ਹੀ ਪਈ ਰਹਿ ਜਾਂਦੀ। ਕਾਰੋਬਾਰ, ਸਿੰਘਾਸਣ, ਸੱਤਾ, ਸਭ ਕੁਝ ਇੱਥੇ ਹੀ ਪਿਆ ਰਹਿ ਜਾਂਦਾ ਹੈ। ਤਿਆਗ ਸੇ ਗਿਨੀਆਂ ਹੈ ਕਹਾਂ, ਤੇ ਜਿੰਨੇ ਕੁ ਲੋਕ ਇੱਥੇ ਮਹਿਲਾਂ ਨੂੰ, ਕਿਲਿਆਂ ਨੂੰ, ਜ਼ਮੀਨਾਂ ਨੂੰ, ਜਾਇਦਾਦਾਂ ਨੂੰ ਤਿਆਗ ਕੇ ਤੁਰ ਗਏ ਨੇ, ਗਿਣੇ ਨਹੀਂ ਜਾਂਦੇ। ਇਹ ਹੁਣ ਤੁਸੀਂ ਦੇਖੋ ਕਰੋਨਾ ਮਹਾਮਾਰੀ ਦਾ ਇਹ ਕਾਲਖੰਡ ਚੱਲ ਰਿਹਾ, ਕਿਤਨੇ ਲੋਕ ਜਾ ਰਹੇ ਨੇ, ਗਿਣੇ ਥੋੜੇ ਜਾਂਦੇ। ਸਭ ਕੁਝ ਬਣਿਆ ਬਣਾਇਆ ਛੱਡ ਕੇ ਇੱਕ ਦਿਨ ਸਭ ਹੀ ਜਾਂਦੇ। ਅਸੀਂ ਸਾਰਿਆਂ ਨੇ ਰੁਖਸਤ ਹੋਣਾ ਹੈ ਤੇ ਉਹ ਮਨੁੱਖ ਬਹੁਤ ਵੱਡਾ ਜੀਵਨ ਵਿੱਚ ਕਾਮਯਾਬ ਹੋਇਆ ਜਿਸਨੇ ਸਮਝ ਲਿਆ ਬਈ ਸੰਗ ਚਲਤ ਹੈ ਹਮ ਵੀ ਚੱਲਣਾ। ਪਰ ਮਨੁੱਖ ਦੇ ਸਾਹਮਣੇ ਇਹਦੇ ਮੌਤ ਖੜੀ। ਮਹਾਰਾਜ ਇਹਨੂੰ ਕਹਿੰਦੇ ਪਏ ਨੇ, ਬਾਰ-ਬਾਰ ਸਮਝਾ ਰਹੇ ਨੇ ਬਈ ਤੂੰ ਕਿਉਂ ਮੂਰਖਾਂ ਵਾਲੇ ਕੰਮ ਕਰਦਾ। ਬੜੇ ਲੋਕ ਜ਼ਮੀਨਾਂ ਛੱਡ ਕੇ ਸੰਸਾਰ ਤੋਂ ਰੁਖਸਤ ਹੋ ਗਏ, ਗਿਣਤੀ ਮਿਣਤੀ ਨਹੀਂ ਹੁੰਦੀ। ਤੁਬ ਚਿਤ ਤੁਝ ਟਿਗ ਰਹਿ ਸਦਾ। ਬਾਕੀ ਜਿਹੜੀ ਤੂੰ ਕਹਿੰਦਾ ਮੇਰੀ ਜ਼ਮੀਨ ਹੈ, ਮੇਰੀ ਜ਼ਮੀਨ ਹੈ, ਤੇਰੇ ਕੋਲ ਹੀ ਰਹੇਗੀ। ਅਸੀਂ ਕੋਈ ਕਬਜ਼ਾ ਨਹੀਂ ਕਰਦੇ ਪਏ। ਕਰੇ ਕਿ ਤੱਕ ਦਿਨ ਹਮ ਬਿਸਰਾਮ, ਬਸ ਅਸੀਂ ਕੁਝ ਦਿਨ ਆਵਾਂ ਕਰਾਂਗੇ, ਇੱਥੇ ਵਿਸਰਾਮ ਕਰਿਆ ਕਰਾਂਗੇ। ਬਰਸਾਤ ਵਿੱਚ ਆ ਜਾਇਆ ਕਰਾਂਗੇ। ਉੱਚਾ ਥਾਂ ਹੈ, ਰੇਤੀਲਾ ਥਾਂ ਹੈ, ਪਾਣੀ ਜ਼ੋਰ ਜਾਂਦਾ, ਚਿੱਕੜ ਨਹੀਂ ਹੁੰਦਾ। ਇਸ ਲਈ ਸਾਡੇ ਸੰਗਤਾਂ ਆਉਂਦੀਆਂ ਨੇ, ਉਹਨਾਂ ਨੂੰ ਆਰਾਮ ਰਹੇਗਾ। ਇਸ ਕਰਕੇ ਅਸੀਂ ਕੋਈ ਥਾਂ ਚੁੱਕ ਕੇ ਨਹੀਂ ਲੈ ਜਾਣੀ, ਬਲਕਿ ਤੁਹਾਡੀ ਸੁਰੱਖਿਆ ਬਣਾਉਂਦੇ ਪਏ ਆ। ਤੇ ਤੂੰ ਮੂਰਖ ਬਣਾ ਕਿਉਂ ਕਰਦਾ ਪਿਆ ਹੈ? ਆਖ ਮਾਲਕੀ ਆਪਨ ਸਦਾ, ਤੂੰ ਆਪਣੀ ਮਾਲਕੀ ਆਪਣੇ ਕੋਲ ਰੱਖ, ਅਸੀਂ ਚੁੱਕ ਕੇ ਥੋੜੀ ਲੈ ਜਾਣੀ ਹੈ। ਓਏ ਆਗਵਨ ਹਮਾਰੋ ਰਦ ਕਦਾ, ਹੁਣ ਕਦੀ ਕਦਾਈ ਸਾਡਾ ਆਉਣਾ ਹੋਇਆ ਕਰੇਗਾ। ਜੋ ਨਿਜ ਭਲਾ ਚਾਹੇ ਕਰ ਟਾਰਾ, ਜੇ ਤੂੰ ਆਪਣਾ ਭਲਾ ਚਾਹੁੰਦਾ ਹੈ ਤੇ ਆਪਣੀ ਮੌਤ ਟਾਲਣੀ ਚਾਹੁੰਦਾ ਹੈ, ਬੈਠ ਜਾ ਨਿਜ ਸਦਨ ਮਝਾ। ਜਾ ਆਪਣੇ ਘਰ ਵਿੱਚ। ਹੁਣ ਵੀ ਤੈਨੂੰ ਸਮਝਾਉਂਦੇ ਆ, ਆਰਾਮ ਨਾਲ ਬੈਠ। ਕਬਲੋ ਛਿਮਾ ਤਰੇ ਹਮ ਐਸੇ, ਬਾਕੀ ਤੂੰ ਸਾਹਮਣੇ ਕੌੜੇ ਬੋਲਦਾ ਰਹੇਗਾ ਤੇ ਅਸੀਂ ਕਿੰਨਾ ਕੁ ਚਿਰ
ਤੈਨੂੰ ਖਿਮਾ ਕਰਦੇ ਰਵਾਂਗੇ। ਚੰਦਨ ਸੀਤਲ ਹੋਵਤ ਜੈ। ਜਿਵੇਂ ਅਸੀਂ ਤਾਂ ਆਪਣੀ ਸੀਤਲਤਾ ਰੱਖੀ ਹੋਈ ਹੈ, ਜਿਵੇਂ ਚੰਦਨ ਸੀਤਲ ਹੁੰਦਾ ਹੈ। ਜੇ ਕਰ ਤਿਸੈ ਘਸਾਏ ਕਨੇਰੇ। ਪਰ ਘੇਰੜ ਜੇ ਚੰਦਨ ਨੂੰ ਵੀ ਇੱਕ ਦੂਜੇ ਲੱਕੜ ਦੇ ਟੁਕੜੇ ਲੈ ਕੇ ਚੰਦਨ ਦੇ ਇੱਕ ਦੂਜੇ ਤੇ ਜੇ ਰਗੜੀਏ ਉਸ ਨੂੰ ਵੀ ਹਾਂਜੀ ਉਪਜੈ ਅਗਨੀ ਵਧਹਿ ਵਧੇਰੇ। ਉਸ ਦੇ ਰਗੜਨ ਨਾਲ ਵੀ ਅੱਗ ਪੈਦਾ ਹੋ ਜਾਂਦੀ ਹੁੰਦੀ ਹੈ ਤੇ ਬਹੁਤ ਵੱਧ ਜਾਂਦੀ ਹੈ। ਦਾਰੁਨ ਕੇ ਹਰ ਕੋ ਕਿਮ ਛੇਰੈ। ਔਰ ਇਸ ਤਰ੍ਹਾਂ ਦੇ ਨਾਲ ਬਲੀ ਤਕੜੇ ਸ਼ੇਰ ਨੂੰ ਐਵੇਂ ਨਹੀਂ ਛੇੜੀਦਾ ਹੁੰਦਾ। ਤਨਹਾਰ ਗਜਰਾਜ ਬਡੇਰੈ। ਔਰ ਜਿਹੜਾ ਸ਼ੇਰ ਹੈ ਉਹ ਤੇ ਵੱਡੇ ਵੱਡੇ ਹਾਥੀਆਂ ਤੇ ਵੀ ਹਮਲਾ ਕਰਦਾ, ਉਹਨਾਂ ਨੂੰ ਵੀ ਖਤਮ ਕਰ ਦਿੰਦਾ ਹੈ। ਕਿਆ ਤੂੰ ਹੈ ਕੁਰੰਗ ਮਨਿੰਦ। ਤੂੰ ਕੋਈ ਵੱਡਾ ਨਹੀਂ ਹੈ, ਤੂੰ ਤਾਂ ਫਿਰ ਸ਼ੇਰ ਤਾਂ ਹਾਥੀਆਂ ਨੂੰ ਵੀ ਹਮਲਾ ਕਰਕੇ ਮਾਰਨ ਦੀ ਸਮਰੱਥਾ ਰੱਖਦਾ ਤੇ ਤੂੰ ਤੇ ਐਵੇਂ ਹਿਰਣੀ ਜਿਹਾ ਹੈਗਾ ਹੈ। ਕਰ ਜਨ ਸੁਨਤ ਪਲਾਵੇਂ ਬ੍ਰਿੰਦ। ਇਸ ਤਰ੍ਹਾਂ ਤੇਰੇ ਵਰਗੇ ਜਿਹੜੇ ਮਿਰਗ ਹੁੰਦੇ ਨੇ ਉਹ ਸ਼ੇਰ ਦੀ ਗਰਜਨ ਸੁਣ ਕੇ ਹੀ ਦੌੜ ਪੈਂਦੇ ਹਨ। ਗਿਰੈ ਗਰਤ ਕਿਉਂ ਜਾਣ ਅਗਾਰੀ। ਸਾਹਮਣੇ ਖੱਡਾ ਦੇਖ ਕੇ ਉਹਦੇ ਵਿੱਚ ਨਹੀਂ ਛਾਲ ਮਾਰੀ ਦੀ ਹੁੰਦੀ। ਚਾਹੇ ਤਾਂ ਕੋਈ ਨਾ ਸੁਕ ਉਬਾਰੀ। ਤੇ ਜੇ ਕੋਈ ਆਪ ਹੀ ਖੱਡੇ ਵਿੱਚ ਛਾਲ ਮਾਰੇ ਤੇ ਉਹਨੂੰ ਕੌਣ ਬਚਾ ਸਕਦਾ ਹੈ। ਆਪਣੀ ਪਰੀ ਰਹਿ ਸਭ ਯਹਾਂ। ਜ਼ਮੀਨ ਸਾਰੀ ਇੱਥੇ ਹੀ ਪਈ ਰਹਿ ਜਾਂਦੀ ਹੈ ਘੇਰੜ। ਖੋਜਿਓ ਪੀ ਪਾਏ ਨਾ ਕਹਾਂ। ਜ਼ਮੀਨਾਂ ਜਾਇਦਾਦਾਂ ਇੱਥੇ ਹੀ ਰਹਿ ਜਾਣਗੀਆਂ ਨੇ ਪਰ ਤੂੰ ਨਹੀਂ ਲੱਭੇਗਾ। ਜਿਸ ਕੋ ਬਲੀ ਰਾਖੈ ਮਤ ਮੰਦੇ। ਔਰ ਇਸ ਤਰ੍ਹਾਂ ਦੇ ਨਾਲ ਜਿਸ ਕੋ ਬਲ ਰੱਖੈ ਮਤ ਮੰਦੇ, ਜਿਸ ਧਰਤੀ ਦਾ ਧਨ ਦਾ ਮੂਰਖ ਲੋਕੀ ਮਾਣ ਕਰਦੇ ਹਨ, ਸੋ ਇਸ ਥਲ ਤੇ ਦੂਰ ਬਿਲੰਦੇ। ਉਹ ਧਨ ਤਾਂ ਇੱਥੇ ਹੀ ਰਹਿ ਜਾਂਦਾ, ਆਪ ਹੀ ਖੁਰੇ ਕਿੱਥੇ ਚਲੇ ਜਾਂਦੇ ਹਨ, ਦੂਰ ਭਾਵ ਮਰ ਮੁੱਕਦੇ ਹਨ। ਜੇ ਕਰ ਸੋ ਪਿਆਨ ਬਚਾ। ਜਿਸ ਕੋ ਸੋ ਪਿਆਨ ਬਚਾਵੇ। ਜੇਕਰ ਬਲ ਰੱਖੈ ਜੇਕਰ ਸੋ ਪਿਆਨ ਬਚਾਵੇ। ਜੇਕਰ ਕੋਈ ਵੀ ਆਪਣੇ ਆਪ ਨੂੰ ਆ ਕੇ ਬਚਾਉਣਾ ਚਾਹੇ, ਤੋਹੇ ਸੰਗ ਹਮ ਤਿਸ ਕੋ ਕਾਵੇ। ਜੇ ਕੋਈ ਤੈਨੂੰ ਬਚਾਉਣ ਵਾਲਾ ਵੀ ਆਵੇਗਾ ਤੇ ਤੇਰੇ ਸਮੇਤ ਹੀ ਉਹਨੂੰ ਖਤਮ ਕਰ ਦੇਵਾਂਗੇ। ਤੂੰ ਕੂੜੇ ਬੋਲ ਤੇ ਨਿੰਦਨੀਏ ਬੋਲ ਨਾ ਆਖ, ਆਪਣੇ ਘਰ ਜਾ। ਕਿਤ ਪੁਲਿਓ ਬੋਲਤ ਕੁੜਿਆਰੇ। ਕੂੜਿਆਰ ਮਨੁੱਖ ਕਿਹੜੇ ਬਲ ਤੇ ਤੂੰ ਭੁੱਲਿਆ ਬੈਠਾ ਹੈ। ਗਮਨੋ ਕਰ ਲਿਓ ਪ੍ਰਾਨ ਉਬਾਰੇ। ਆਪਣੇ ਘਰ ਜਾ ਤੇ ਆਪਣੇ ਪ੍ਰਾਣ ਬਚਾ ਲੈ। ਸਤਿਗੁਰ ਸਮਝਾਵਤ ਸਿਆਣੇ। ਇਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਸਿਆਣੀ ਮੱਤ ਦਿੰਦੇ ਪਏ, ਸਮਝਾਉਂਦੇ ਪਏ ਹਨ। ਮਾਤਰੀ ਹੋਏ ਨਾ ਕਿਮ ਗਹਾਨੋ। ਇਸ ਕਰਕੇ ਖਿਮਾ ਧਾਰਨ ਕੀਤੀ ਹੋਈ ਹੈ ਵੀ ਇਹਦਾ ਕੋਈ ਪ੍ਰਾਣਾਂ ਦਾ ਜਾਂ ਇਹਦੇ ਕੋਈ ਅੰਗ ਦਾ ਨੁਕਸਾਨ ਨਾ ਹੋ ਜਾਵੇ। ਉਹ ਮੋੜ ਕੀ ਮਿਰਤੂ ਨਿਰਾਈ। ਪਰ ਭਾਈ ਸਾਹਿਬ ਕੀ ਕਹਿੰਦੇ ਨੇ, ਕੀ ਕਰੀਏ, ਫੇਰ ਵੀ ਭਾਵੇਂ ਮਹਾਰਾਜ ਖਿਮਾ ਧਾਰਨ ਕੀਤੀ ਹੋਈ, ਸਤਿਗੁਰੂ ਜੀ ਖਿਮਾ ਕਰਦੇ ਜਾ ਰਹੇ ਨੇ, ਪਰ ਇਸ ਮੂਰਖ ਦੀ ਤੇ ਮੌਤ ਹੀ ਨੇੜੇ ਆਈ ਹੋਈ ਹੈ। ਸਮਝਿਓ ਮਤ ਦੇਵ ਭੁਲਾਈ। ਲੱਗਦਾ ਇਹਨੂੰ ਤਾਂ ਸਮਝ ਨਹੀਂ ਆ ਰਹੀ ਬਈ ਦੇਵ ਪਰਮਾਤਮਾ ਨੇ ਇਹਦੀ ਮੱਤ ਮਾਰ ਛੱਡੀ। ਰੱਬ ਨਾ ਡਾਂਗੀ ਮਾਰਦਾ ਮਤ ਅਵੱਲੀ ਦੇ, ਇਹਦੀ ਮੱਤ ਪਰਮਾਤਮਾ ਨੇ ਮਾਰ ਛੱਡੀ ਹੈ। ਹਾਂਜੀ, ਦੋਹਰਾ ਸੁਨ ਗੁਰ ਕੇ ਬਚ ਰਿਸ ਪਰੇ। ਓਜ ਪ੍ਰਤਾਪ ਸਮੇਤ। ਮਹਾਰਾਜ ਜੀ ਦੇ ਬੋਲ ਪ੍ਰਤਾਪ ਵਾਲੇ ਸੁਣ ਕੇ ਤੇ ਰਿਸ ਭਰੇ ਸੁਣ ਕਰਕੇ ਨਾ ਸਮਝਿਓ ਨਿੰਦਕ ਮਹਾ। ਪ੍ਰਭੂ ਕੋ ਲਖਿਓ ਨ ਭੇਤ। ਮਹਾਨਿੰਦਕ, ਮਹਾਬਲਸ਼ਾਲੀ, ਮਹਾਦਿਆਲੂ ਤੇ ਮਹਾਖਿਮਾ ਦਾ ਸਾਗਰ ਹਿਰਦਾ ਰੱਖਣ ਵਾਲੇ ਸਤਿਗੁਰੂ ਜੀ ਦੀ ਵਡਿਆਈ ਨੂੰ ਨਹੀਂ ਸਮਝ ਸਕਿਆ, ਉਹ ਭੇਤ ਨਹੀਂ ਜਾਣ ਸਕਿਆ। ਚੌਪਈ ਬੋਲਿਓ ਬਹੁ ਕਠੋਰ ਅਭਿਮਾਨੀ। ਫੇਰ ਵੀ ਕਠੋਰ ਸ਼ਬਦ ਅਭਿਮਾਨ ਭਰੇ ਕਹਿ ਰਿਹਾ ਹੈ। ਨ ਡਰੋ ਸੁਨ ਕਹਿ ਤੁਬ ਬਾਣੀ।
ਜਾਣੀ। ਮਹਾਰਾਜ ਜੀ ਨੂੰ ਕਹਿਣ ਲੱਗਾ, ਮੈਂ ਕੋਈ ਤੁਹਾਡੀਆਂ ਗੱਲਾਂ ਸੁਣ ਕੇ ਡਰਦਾ ਥੋੜੀ ਹਾਂ। ਕਰੋ ਤਿਦਾਰਕ ਤੋ ਸੰਗਿਆ ਸੇ। ਮੈਂ ਤਾਂ ਤੁਹਾਡੇ ਨਾਲ ਇਸ ਤਰ੍ਹਾਂ ਜੰਗ ਕਰਾਂਗਾ, ਲੜਾਈ ਝਗੜਾ ਕਰਾਂਗਾ। ਸਿਮਰੈ ਸਕਲ ਯਾਰ ਬਲ ਜੈਸੇ। ਜਿਹਨੂੰ ਸਾਰੀ ਜ਼ਿੰਦਗੀ ਤੁਸੀਂ ਯਾਦ ਕਰੋ, ਇਹੋ ਜਿਹੇ ਮੈਂ ਅੱਗੋਂ ਜਵਾਬ ਦੇਵਾਂਗਾ। ਪਿਤਾ ਅਰਜਨ ਕੋ ਜਸ ਪਾਹਾਲ। ਜਿਸ ਤਰ੍ਹਾਂ ਤੁਹਾਡੇ ਪਿਤਾ ਗੁਰੂ ਅਰਜਨ ਦੇਵ ਜੀ ਦਾ ਹਾਲ ਹੋਇਆ, ਇਹ ਕੁੜਾਵੇ ਸ਼ਬਦ ਬੋਲਦਾ ਪਿਆ, ਲੱਗਦਾ ਇਹਦੀ ਮੌਤ ਸੱਚਮੁੱਚ ਆ ਗਈ ਹੈ। ਮਹਾਰਾਜ ਜੀ ਦਾ ਖੰਡਾ ਚੱਲੇਗਾ ਤੇ ਇਹਦੇ ਟੁਕੜੇ ਟੁਕੜੇ ਹੋ ਜਾਣ, ਜਾਂ ਸਿੱਖ ਇਹਨੂੰ ਜੁੱਤੀਆਂ ਮਾਰ ਮਾਰ ਕੇ ਮਾਰ ਦੇਣ। ਇਹ ਹੁਣ ਸਾਰੀ ਵਿਚਾਰ ਕੱਲ ਆਪ ਸਰਵਣ ਕਰੋਗੇ। ਬੜੀ ਇਕਾਗਰਤਾ ਤੇ ਪ੍ਰੇਮ ਨਾਲ ਆਪ ਸਾਰਿਆਂ ਨੇ ਸਰਵਣ ਕੀਤਾ ਹੈ। ਸਾਰਿਆਂ ਦਾ ਹਾਰਦਿਕ ਤੌਰ ਤੇ ਧੰਨਵਾਦ ਹੈ। ਇੱਕ ਦੋ ਬੇਨਤੀਆਂ ਹਨ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵੱਲੋਂ। ਆ ਜਿਹੜਾ ਕਰੋਨਾ ਕਾਲ ਖੰਡ ਹੈ ਨਾ, ਇਹ ਵਿਪਤਾ ਦਾ ਸਮਾਂ ਹੈ। ਮਨੁੱਖਤਾ ਤੇ ਮਹਾਮਾਰੀ ਫੈਲੀ ਹੋਈ ਹੈ। ਉਸ ਵਾਸਤੇ ਜੋ ਲੋੜਵੰਦ ਹਨ, ਜਿਨ੍ਹਾਂ ਨੂੰ ਪ੍ਰਾਣ ਵਾਯੂ ਨਹੀਂ ਮਿਲ ਰਹੀ, ਆਕਸੀਜਨ ਨਹੀਂ ਪ੍ਰਾਪਤ ਹੋ ਰਿਹਾ, ਉਹ ਤਖਤ ਸਾਹਿਬ ਜੀ ਵੱਲੋਂ ਆਪਣੀ ID ਦੇ ਕੇ, ਡਾਕਟਰ ਦੀ ਪ੍ਰਿਸਕ੍ਰਿਪਸ਼ਨ ਦੇ ਕੇ ਤੇ ਕੰਗਣ ਘਾਟ ਅਸਥਾਨ ਉਹਨਾਂ ਨੂੰ ਜਿਹੜੀ ਹੈ ਆਕਸੀਜਨ ਫ੍ਰੀ ਦਿੱਤੀ ਜਾ ਰਹੀ ਹੈ। ਉੱਥੋਂ ਲੈ ਕੇ ਆਪਣੇ ਪ੍ਰਾਣ ਬਚਾ ਸਕਦੇ ਹਨ ਤੇ ਨਾਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕਦੇ ਹਨ। ਆਉਣ ਵਾਲੇ ਸਮੇਂ ਵਿੱਚ ਸੰਗਤਾਂ ਲਈ ਰਿਹਾਇਸ਼ਾਂ ਦਾ ਪ੍ਰਬੰਧ ਕੀਤਾ ਜਾ ਰਿਹਾ। ਵੱਡੇ ਸੋਹਣੇ ਤੇ ਆਧੁਨਿਕ ਉਹਨਾਂ ਲਈ ਕਮਰੇ ਤਿਆਰ ਕੀਤੇ ਜਾ ਰਹੇ, ਜਿਨ੍ਹਾਂ ਦੇ ਇੱਕ ਕਮਰੇ ਦਾ ਜਿਹੜੀ ਸੇਵਾ ਹੈ ਉਹ ਲਗਭਗ 8 ਲੱਖ ਰੁਪਇਆ ਤੇ ਵੱਡੇ ਕਮਰਿਆਂ ਦੀ 10 ਲੱਖ ਰੁਪਇਆ, 8 ਤੋਂ 10 ਲੱਖ ਰੁਪਇਆ ਆਪ ਮਹਾਰਾਜ ਜੀ ਦੇ ਘਰ ਸੇਵਾ ਕਰਕੇ ਤੇ ਆਪਣਾ ਖਜ਼ਾਨਾ ਸਫਲ ਕਰ ਸਕਦੇ। ਜਿਹੜੇ ਸਮਝਦੇ ਨੇ ਬਈ ਸਾਨੂੰ ਗੁਰੂ ਨੇ ਦਾਤ ਦਿੱਤੀ ਹੋਈ ਹੈ, ਉਹ ਆਪਣੀ ਦਾਤ ਮਹਾਰਾਜ ਜੀ ਦੇ ਚਰਨਾਂ ਵਿੱਚ ਭੇਟਾ ਕਰਕੇ ਸਤਿਗੁਰੂ ਦੀਆਂ ਖੁਸ਼ੀਆਂ ਲੈ ਸਕਦੇ। ਇਹ ਸੇਵਾ ਦਾ ਕੁੰਭ ਚੱਲ ਰਿਹਾ ਹੈ। ਕਣਕ ਦੀ ਉਗਰਾਈ ਵਾਸਤੇ ਵੀ ਜਗ੍ਹਾ ਜਗ੍ਹਾ, ਜਿਵੇਂ ਅਹਿਰਵਾਂ ਭਾਈ ਜਗਤਾਰ ਸਿੰਘ ਜੀ, ਇਸੇ ਤਰ੍ਹਾਂ UP ਵਿੱਚ ਭਾਈ ਜਗਜੀਤ ਸਿੰਘ ਜੀ, ਗੋਲਾ ਵਿਖੇ ਸਰਦਾਰ ਹਰਵਿੰਦਰ ਸਿੰਘ ਜੀ ਹੈਪੀ ਸ਼ਾਹਜਹਾਨਪੁਰ, ਭਾਈ ਰਛਪਾਲ ਸਿੰਘ ਜੀ ਬੰਡਾ, ਭੈਣ ਇੰਦਰਜੀਤ ਕੌਰ ਜੀ ਖਾਲਸਾ ਫਾਰਮ ਰੋਰੀਆ, ਸੰਤ ਬਾਬਾ ਗੁਰਦੀਪ ਸਿੰਘ ਜੀ ਖੁਫੀਆ ਨਗਲਾ, ਸੰਤ ਬਾਬਾ ਗੁਰਦੇਵ ਸਿੰਘ ਜੀ ਅਜੀਤਪੁਰ ਕਾਸ਼ੀਪੁਰ ਅਤੇ ਘਨੋਪੁਰ ਕਾਲੇ, ਇਸੇ ਤਰ੍ਹਾਂ ਹੀ ਭਾਈ ਜਗਜੀਤ ਸਿੰਘ ਜੀ, ਗੁਰਬਚਨ ਸਿੰਘ ਜੀ ਕੋਟਕਪੂਰਾ। ਮੈਂ ਕਈ ਦਫਾ ਉਹ ਨਾਮ ਭੁੱਲ ਜਾਣਾ ਤੇ ਕੋਟਕਪੂਰਾ ਦੀ ਜਗ੍ਹਾ ਕਪੂਰਥਲਾ ਮੂੰਹੋਂ ਨਿਕਲ ਜਾਂਦਾ। ਇੱਕੋ ਜਿਹੇ ਨਾਮ ਨੇ, ਉਹ ਨਿਵਾਸ ਰੱਖਦੇ ਨੇ ਕੋਟਕਪੂਰਾ। ਸੰਤ ਬਾਬਾ ਅਵਤਾਰ ਸਿੰਘ ਜੀ, ਬਾਬਾ ਗੁਰਬਚਨ ਸਿੰਘ ਜੀ, ਗੁਰਚਰਨ ਸਿੰਘ ਜੀ ਠੱਠੇ ਟਿੱਬੇ ਵਾਲੇ ਮਹਾਂਪੁਰਖ, ਇਹ ਆਉਣ ਵਾਲੇ ਦਿਨਾਂ ਵਿੱਚ, ਕਿਉਂਕਿ ਆਪ ਨੂੰ ਪਤਾ ਹੈ ਲੋਕਡਾਊਨ ਕਰਕੇ ਸੰਗਤਾਂ ਦੀ ਆਮਦੋ ਰਫਤ ਘੱਟ ਹੈ ਤੇ ਥੋੜ੍ਹਾ ਪੰਜਾਬ ਦੀ ਧਰਤੀ ਤੋਂ ਦੂਰ ਹੋਣ ਕਰਕੇ ਸੰਗਤਾਂ ਦੇ ਆਉਣ ਨਾਲ ਹੀ ਜਿਹੜੀ ਇਹ ਸਾਰੀ ਖੇਡ ਚੱਲਦੀ ਹੈ। ਵੱਡਾ ਸਟਾਫ ਹੈ। ਇਹ ਆਪ ਜੀ ਨੂੰ ਦੱਸਿਆ ਜਾ ਰਿਹਾ, ਕਿਸੇ ਕੋਲੋਂ ਮੰਗਿਆ ਨਹੀਂ ਜਾ ਰਿਹਾ। ਇਹ ਨਾ ਸਮਝਣਾ ਵੀ ਮੰਗਦੇ ਪਏ ਨੇ। ਆਪ ਨੂੰ ਪ੍ਰੇਰਨਾ ਦਿੱਤੀ ਜਾ ਰਹੀ ਹੈ ਵੀ ਜੋ ਮਹਾਰਾਜ ਜੀ ਦੇ ਘਰ ਸੇਵਾਵਾਂ ਭੇਜਣੀਆਂ ਚਾਹਣ, ਜੋ ਸਮਝਣ ਕਿ ਦਾਤੀ ਸਾਹਿਬ ਸੰਧੀਆਂ ਗੁਰੂ ਦੀਆਂ ਦਾਤਾਂ ਨੇ ਤੇ ਗੁਰੂ ਨੂੰ ਅਰਪਣ ਕਰਨੀਆਂ ਨੇ, ਉਹ ਜ਼ਰੂਰ ਮਹਾਰਾਜ ਜੀ ਦੇ ਖਾਤਿਆਂ ਵਿੱਚ ਭੇਜ ਸਕਦੇ ਨੇ ਤੇ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨ। ਬਾਰੰਬਾਰ ਸਭ ਦਾ ਹਾਰਦਿਕ ਤੌਰ ਤੇ ਧੰਨਵਾਦ, ਭੁੱਲ ਚੁੱਕ ਦੀ ਖਿਮਾ। ਆਓ 2 ਮਿੰਟ ਮਿਲ ਕੇ ਸਾਰੇ ਮਹਾਮੰਤਰ ਗੁਰਮੰਤਰ ਦੇ ਜਾਪ ਕਰੀਏ, ਫਿਰ ਅਰਦਾਸ ਤੇ ਫਿਰ ਖਿਮਾ ਪ੍ਰਾਰਥੀ ਹੋਵਾਂਗੇ। ਵਾਹਿਗੁਰੂ 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 ਵਾਹਿਗੁਰੂ
ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ, ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ।